ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਿਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸਮਿ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਜ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਰਹਿਮਤਾਂ ਦੇ ਸਾਗਰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਦਰਬਾਰ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੀ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ। ਆਓ ਗੁਰ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ। ਆਗਿਆ ਪਾਉਂਦੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹਾਂ। ਸੱਚੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ
ਸ਼੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਜੀਆਂ ਦੇ ਅੰਦਰ ਬਿਰਾਜੇ ਨੇ। ਦੂਰ ਦਰੇਡਿਆਂ ਤੋਂ ਗੁਰੂ ਕੀ ਸਿੱਖ ਸੰਗਤ ਆਉਂਦੀ ਹੈ। ਮਹਾਰਾਜ ਜੀਆਂ ਦੇ ਚਰਨ ਪਰਸਦੇ, ਉਪਦੇਸ਼ ਲੈ ਕਰਕੇ ਗੁਰਸਿੱਖੀ ਨਾਮਦਾਨ ਦੀ ਪ੍ਰਾਪਤੀ ਕਰਦੇ। ਵਾਰ ਵਾਰ ਗੁਰੂ ਕੇ ਸਿੱਖ ਦੂਰ ਦਰੇਡਿਆਂ ਤੋਂ ਆ ਕਰਕੇ ਮਹਾਰਾਜ ਜੀਆਂ ਨੂੰ ਬੇਨਤੀਆਂ ਕਰ ਰਹੇ ਨੇ, ਮਹਾਰਾਜ ਕਿਰਪਾ ਕਰੋ, ਆਪ ਜੀ ਗਰੀਬ ਨਿਵਾਜ ਹੋ, ਗਰੀਬਾਂ ਨੂੰ ਨਿਵਾਜਣ ਵਾਲੇ ਹੋ, ਸਾਡੇ ਤੇ ਵੀ ਦਇਆ ਕਰੋ ਮਹਾਰਾਜ, ਕੋਈ ਐਸਾ ਉਪਦੇਸ਼ ਬਖਸ਼ੋ ਜਿਸ ਦੇ ਨਾਲ ਸਾਡਾ ਪਾਰ ਉਤਾਰਾ ਹੋ ਜਾਵੇ, ਜਿਸ ਦੇ ਨਾਲ ਸਾਡਾ ਲੋਕ ਅਤੇ ਪ੍ਰਲੋਕ ਸਵਰ ਜਾਵੇ। ਐਸੇ ਹੀ ਗੁਰਸਿੱਖ ਭਾਈ ਨਾਊ ਜੀ, ਭਾਈ ਭੋਲੂ ਜੀ, ਭਾਈ ਜੱਟੂ ਜੀ, ਭਾਈ ਮੂਲਾ ਜੀ, ਇਹ ਚਾਰ ਗੁਰਸਿੱਖ ਮਿਲ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਪਾਸ ਆ ਕੇ ਬੇਨਤੀ ਕਰਦੇ, ਮਹਾਰਾਜ ਬਾਣੀ ਤੁਮਰੀ ਅਨਕ ਪ੍ਰਕਾਰ। ਮਹਾਰਾਜ ਆਪ ਜੀਆਂ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ ਅਨਕ ਪ੍ਰਕਾਰ ਅਨੇਕਾਂ ਤਰੀਕਿਆਂ ਦੀ ਜੋ ਪਵਿੱਤਰ ਗੁਰਬਾਣੀ ਹੈ ਉਹ ਉਚਾਰਨ ਕੀਤੀ ਹੈ, ਲਿਖਵਾਉਣਾ ਕੀਤੀ ਹੈ। ਔਰ ਉਸ ਗੁਰਬਾਣੀ ਦੇ ਜੋ ਅਧਿਕਾਰੀ ਉਹ ਵੱਖੋ ਵੱਖਰੇ ਗੁਰਸਿੱਖ ਹਨ। ਕੋਈ ਤੇ ਮਹਾਰਾਜ ਸੇਵਾ ਕਰਕੇ ਆਪਣਾ ਜਨਮ ਸਫਲਾ ਕਰ ਰਿਹਾ ਹੈ, ਕੋਈ ਮਹਾਰਾਜ ਗੁਰਬਾਣੀ ਨੂੰ ਪੜ੍ਹ ਕੇ ਆਪਣਾ ਜਨਮ ਸਫਲਾ ਕਰ ਰਿਹਾ ਹੈ, ਕੋਈ ਮਹਾਰਾਜ ਗਿਆਨ ਵਿਚਾਰ ਦੇ ਨਾਲ ਆਪਣਾ ਲੋਕ ਪ੍ਰਲੋਕ ਸਵਾਰ ਰਿਹਾ ਹੈ। ਕਿਰਪਾ ਕਰਕੇ ਸਾਨੂੰ ਵੀ ਦੱਸੋ ਮਹਾਰਾਜ, ਸਾਡਾ ਜੀਵਨ ਕਿੱਦਾਂ ਸਫਲਾ ਹੋਵੇਗਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਗੁਰਬਚਨ ਸੁਣ ਜਬ ਉਰ ਮਹਿ ਧਰੇ। ਮਹਾਰਾਜ ਕਹਿੰਦੇ, ਭਾਈ ਜਦੋਂ ਸਤ ਸੰਗਤ ਦੇ ਵਿੱਚ ਬੈਠੋ, ਗੁਰੂ ਕੇ ਬਚਨਾਂ ਨੂੰ ਸੁਣੋ, ਗੁਰੂ ਕੇ ਬਚਨ ਹਿਰਦੇ ਦੇ ਵਿੱਚ ਟਿਕ ਜਾਵਣ, ਕਰਮ ਸੁਭਾ ਸੁਭ ਨਿਰਣੈ ਕਰੇ। ਤੇ ਮਨ ਦੇ ਵਿੱਚ ਇਹ ਨਿਰਣਾ ਹੋਵੇ, ਇਹ ਵਿਚਾਰ ਹੋਵੇ ਕਿ ਕੋਈ ਭੈੜਾ ਕਰਮ ਨਹੀਂ ਕਮਾਉਣਾ, ਚੰਗਾ ਕਰਮ ਹੀ ਕਮਾਉਣਾ ਹੈ। ਚੰਗੇ ਕਰਮ ਕਰਦਿਆਂ ਕਰਦਿਆਂ ਜੀਵਨ ਬਤੀਤ ਕਰ ਦੇਣਾ ਹੈ। ਮਹਾਰਾਜ ਕਹਿੰਦੇ, ਜੇ ਐਸੀਆਂ ਵਿਚਾਰਾਂ ਮਨ ਦੇ ਵਿੱਚ ਟਿਕ ਜਾਵਣ, ਫੇਰ ਵੀ ਆਉ ਜੇ ਬੁਰੇ ਕਰਮ ਕੋ ਵਸਿਆ। ਮਹਾਰਾਜ ਕਹਿੰਦੇ, ਤਾਂ ਵੀ ਜੇਕਰ ਕੋਈ ਬੁਰਾ ਕਰਮ ਦਾ ਸੁਭਾਅ ਪੈਦਾ ਹੋਵੇ, ਮਹਾਰਾਜ ਕਹਿੰਦੇ ਫਿਰ ਗੁਰਸਿੱਖਣ ਕੀ ਸੇਵਾ ਲਾਗੇ। ਫਿਰ ਭਾਈ ਸੇਵਾ ਕਰਨੀ ਹੈ। ਸਭ ਤੋਂ ਪਹਿਲਾਂ ਗੁਰਸਿੱਖੀ ਦੀ ਪਹਿਲੀ ਪੌੜੀ ਸੇਵਾ ਹੀ ਹੈ। ਸੇਵਾ ਕਰਨੀ ਹੈ, ਗੁਰਬਾਣੀ ਸੁਣਬੈ ਮਨ ਅਨੁਰਾਗੇ। ਮਹਾਰਾਜ ਕਹਿੰਦੇ, ਭਾਈ ਹੱਥੀਂ ਸੇਵਾ ਕਰਨੀ ਹੈ, ਬੈਠ ਕੇ ਗੁਰਬਾਣੀ ਸੁਣਨੀ ਹੈ। ਤੇ ਏਦਾਂ ਹੀ ਮਹਾਰਾਜ ਕਹਿੰਦੇ, ਹੌਲੀ ਹੌਲੀ ਸਨੈ ਸਨੈ ਮਨ ਖੋਟ ਨਿਵਾਰੇ। ਹੌਲੀ ਹੌਲੀ ਜਿਹੜੀ ਮਨ ਦੀ ਮੈਲ ਹੈ ਨਾ, ਉਹ ਉਤਰ ਜਾਵੇਗੀ। ਫਿਰ ਮਹਾਰਾਜ ਕਹਿੰਦੇ, ਜਦੋਂ ਮਨ ਦੀ ਮੈਲ ਉਤਰ ਗਈ ਭਾਈ, ਫਿਰ ਜੋ ਗੁਰੂ ਕਾ ਸ਼ਬਦ ਹੈ ਉਹ ਮਨ ਅੰਦਰ ਟਿਕਣਾ ਸ਼ੁਰੂ ਹੋ ਜਾਵੇਗਾ। ਗੁਰੂ ਕਾ ਸ਼ਬਦ ਚੰਗਾ ਲੱਗਣ ਲੱਗੇਗਾ, ਸੇਵਾ ਕਰਨੀ ਚੰਗੀ ਲੱਗੇਗੀ। ਏਦਾਂ ਮਹਾਰਾਜ ਕਹਿੰਦੇ, ਪਹਿਲਾਂ ਹੱਥੀਂ ਸੇਵਾ ਕਰਨੀ ਹੈ ਔਰ ਨਾਲ ਨਾਲ ਸਤ ਸੰਗਤ ਕਰਨੀ ਹੈ। ਸੇਵਾ ਕਰਦੇ ਕਰਦੇ ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਾ ਹੋਤ ਪ੍ਰਾਪਤ ਸੁਆਮੀ। ਗੁਰੂ ਕੀ ਪ੍ਰਾਪਤੀ ਹੋ ਜਾਵੇਗੀ ਸੇਵਾ ਕਰਦਿਆਂ ਕਰਦਿਆਂ ਨੂੰ। ਫਿਰ ਭਾਈ ਜੇਕਰ ਮਨ ਦੇ ਵਿੱਚ ਕੋਈ ਭੈੜਾ ਖਿਆਲ ਆਵੇ ਤੇ ਫਿਰ ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ। ਨਾਮ ਜਪਦਿਆਂ ਜਪਦਿਆਂ ਮਹਾਰਾਜ ਕਹਿੰਦੇ, ਫੇਰ ਵੀ ਕੋਈ ਏਦਾਂ ਔਗਣ ਮਨ ਵਿੱਚ ਆ ਜਾਵੇ ਤੇ ਫਿਰ ਗਿਆਨ ਵਿਚਾਰਨਾ, ਗੁਰਬਾਣੀ ਵਿਚਾਰਨੀ ਹੈ ਕਿ ਮਹਾਰਾਜ ਸਾਨੂੰ ਕੀ ਉਪਦੇਸ਼ ਦੇ ਰਹੇ ਨੇ, ਕੀ ਬਖਸ਼ਿਸ਼ ਕਰ ਰਹੇ ਨੇ।
ਏਦਾਂ ਹੀ ਸੰਗਤ ਜੀ ਮਹਾਰਾਜ ਜੀਆਂ ਦੇ ਬਚਨ ਸੁਣ ਕਰਕੇ ਇਹ ਚਾਰੇ ਗੁਰਸਿੱਖਾਂ ਨੇ ਸੇਵਾ ਕਰਨੀ, ਸਤਸੰਗਤ ਕਰਨੀ, ਗੁਰਬਾਣੀ ਪੜ੍ਹਨੀ ਆਰੰਭ ਕਰ ਦਿੱਤੀ। ਇਹਨਾਂ ਦਾ ਲੋਕ ਪਰਲੋਕ ਸਵਰ ਗਿਆ। ਫਿਰ ਭਾਈ ਚਤੁਰਦਾਸ, ਭਾਈ ਮੂਲਾ ਜੀ ਜੋ ਕਪੂਰ ਜਾਤ ਗੋਤ ਦੇ ਸਨ, ਇਹ ਮਹਾਰਾਜ ਜੀਆਂ ਦੇ ਕੋਲ ਆ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀਆਂ ਨੇ ਗੁਰਬਾਣੀ ਅੰਦਰ ਪੰਗਤੀ ਲਿਖੀ ਹੈ ਕਿ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾ ਲਹਾਨ, ਇੱਕ ਨਾ ਸੁਤਿਆਂ ਦੇ ਉਠਾਲ। ਜੋ ਗੁਰੂ ਨਾਨਕ ਦੇ ਹੱਥ ਵਿੱਚ ਦਾਤਾਂ ਨੇ, ਉਹਨਾਂ ਤੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ। ਕੋਈ ਕਹੇ ਕਿ ਮੇਰੇ ਕੋਲ ਮਾਇਆ ਬਹੁਤੀ ਹੈ ਤੇ ਮੈਂ ਦਾਤਾਂ ਮਹਾਰਾਜ ਤੋਂ ਲੈ ਲਵਾਂਗਾ, ਮਹਾਰਾਜ ਕਹਿੰਦੇ ਭਾਈ ਨਹੀਂ, ਜੋ ਗੁਰੂ ਨਾਨਕ ਦੇ ਹੱਥ ਦਾਤਾ ਹੈ ਨਾ, ਦਾਤਾ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇ। ਉਹਦੇ ਮਰਜ਼ੀ ਹੈ ਮਹਾਰਾਜ ਦੀ, ਜਿਸ ਦੇ ਉੱਪਰ ਬਖਸ਼ਿਸ਼ ਕਰਨੀ ਹੈ ਉਹ ਕਰ ਸਕਦਾ ਹੈ। ਇੱਕ ਜਗੰਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਤੇ ਜਾਗਦੇ ਤੁਰੇ ਫਿਰਦੇ ਨੇ, ਉਹਨਾਂ ਉੱਪਰ ਗੁਰੂ ਨਾਨਕ ਦੀ ਕੋਈ ਵੀ ਬਖਸ਼ਿਸ਼ ਨਹੀਂ। ਤੇ ਇੱਕ ਸੁੱਤੇ ਪਏ ਨੇ, ਮਹਾਰਾਜ ਸੁੱਤਿਆਂ ਨੂੰ ਉਠਾਲ ਉਠਾਲ ਕੇ ਠਾ ਠਾ ਕੇ ਦਾਤਾਂ ਦੇ ਰਹੇ ਨੇ। ਮਹਾਰਾਜ ਜੋ ਆਪ ਜੀਆਂ ਦੀ ਐਸੀ ਪੰਗਤੀ ਹੈ, ਅਸੀਂ ਤਾਂ ਇਹਦੀ ਇਹ ਵਿਚਾਰ ਕੀਤੀ ਹੈ ਕਿ ਅੰਮ੍ਰਿਤ ਵੇਲੇ ਫਿਰ ਉੱਠਣ ਦਾ ਕੋਈ ਫਾਇਦਾ ਨਹੀਂ, ਜਾਗਣ ਦਾ ਕੋਈ ਫਾਇਦਾ ਨਹੀਂ, ਦਿਨ ਰਾਤ ਸੁੱਤੇ ਰਹੀਏ, ਕਿਉਂਕਿ ਗੁਰੂ ਨਾਨਕ ਨੇ ਜੋ ਦਾਤਾਂ ਦੇਣੀਆਂ ਨੇ ਉਹ ਤੇ ਸੁੱਤਿਆਂ ਨੂੰ ਵੀ ਬਖਸ਼ਿਸ਼ ਕਰ ਦੇਣੀਆਂ ਨੇ। ਤਬ ਬੋਲੇ ਸੋਢੀ ਸਿਰਮਾਰ। ਫਿਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹੱਸਦੇ ਹੋਏ ਬੋਲੇ, ਇਸ ਕੋ ਆਸੇ ਹੈ ਵਿਦ ਔਰ। ਮਹਾਰਾਜ ਕਹਿੰਦੇ ਭਾਈ ਇਹ ਅਰਥ ਨਹੀਂ ਬਣਦਾ ਜੋ ਤੁਸੀਂ ਆਪਣੇ ਮਨ ਦੇ ਨਾਲ ਵਿਚਾਰਿਆ ਹੈ। ਇਹਨਾਂ ਪੰਕਤੀਆਂ ਦੇ ਅਰਥ ਤੇ ਕੁਝ ਹੋਰ ਹਨ। ਤੁਸੀਂ ਅਰਥ ਕੀਤਾ ਹੈ ਕਿ ਅੰਮ੍ਰਿਤ ਵੇਲੇ ਜਾਗਣ ਦੀ ਲੋੜ ਨਹੀਂ, ਸੁੱਤੇ ਰਹੀਏ, ਦਾਤਾਂ ਤਾਂ ਪ੍ਰਾਪਤ ਹੋ ਜਾਣੀਆਂ ਨੇ। ਮਹਾਰਾਜ ਕਹਿੰਦੇ ਨਹੀਂ ਭਾਈ, ਇਹ ਤੁਸੀਂ ਜੋ ਵਿਚਾਰ ਹੈ ਉਹ ਗਲਤ ਕੀਤੀ ਹੈ। ਇੱਥੇ ਅਰਥ ਇਹ ਬਣਦਾ ਹੈ ਕਿ ਇੱਕ ਤੋਂ ਪੜ੍ਹ ਕਰ ਪੰਡਤ ਹੋਏ, ਮਨ ਹੰਕਾਰ ਵਿਸਾਲ ਪਰਵੇ। ਇੱਕ ਤਾਂ ਉਹ ਹਨ ਜਿਨ੍ਹਾਂ ਨੇ ਬੜੀ ਪੜ੍ਹਾਈ ਕੀਤੀ ਹੈ, ਬਹੁਤ ਹੀ ਵਿਦਿਆ ਪੜ੍ਹੀ ਹੈ ਤੇ ਆਪਣੇ ਆਪ ਨੂੰ ਬੜਾ ਹੀ ਏਦਾਂ ਸੂਝਵਾਨ ਸਮਝਦੇ ਨੇ ਕਿ ਸਾਡੇ ਵਰਗਾ ਕੋਈ ਵੀ ਨਹੀਂ। ਬਹੁਤ ਵਿਦਿਆ ਪੜ੍ਹੀ ਹੈ ਤੇ ਬਹੁਤਾ ਹੀ ਹੰਕਾਰ ਮਨ ਵਿੱਚ ਆਇਆ ਹੈ। ਮਹਾਰਾਜ ਕਹਿੰਦੇ ਏਦਾਂ ਵਿਦਿਆ ਪੜ੍ਹ ਕਰਕੇ ਇੱਕ ਤਾਂ ਆਪਣੇ ਆਪ ਨੂੰ ਜਾਗਦੇ ਸਮਝਦੇ ਨੇ ਕਿ ਸਾਡਾ ਬੜਾ ਰੋਸ਼ਨ ਦਿਮਾਗ ਹੈ। ਇੱਕ ਵਿਚਾਰੇ ਭੋਲੇ ਭਾਏ ਨੇ ਜੋ ਬਿਲਕੁਲ ਅਨਪੜ੍ਹ ਹਨ। ਉਹਨਾਂ ਨੇ ਤੇ ਆ ਕਰਕੇ ਏਦਾਂ ਜੁੱਤੀਆਂ ਜੋੜੇ ਸਾਫ਼ ਕਰਨੇ ਨੇ, ਝਾੜੂ ਪੋਚਾ ਕਰਨਾ ਹੈ, ਸਤਸੰਗਤ ਕਰਨੀ ਹੈ। ਤੇ ਅੱਗੇ ਜਿਹੜੇ ਪੜ੍ਹੇ ਲਿਖੇ ਉਹਨਾਂ ਦਾ ਮੰਨਣਾ ਇਹ ਹੈ ਕਿ ਅੰਮ੍ਰਿਤ ਵੇਲੇ ਉੱਠੋ ਤੇ ਉੱਠ ਕੇ ਪਹਿਲਾਂ 2-3 ਕਿਲੋਮੀਟਰ ਤੁਰ ਕੇ ਆਵੋ, ਸਰੀਰ ਵਧੀਆ ਰਹਿੰਦਾ, ਸਵਸਥ ਰਹਿੰਦਾ ਹੈ। ਤੇ ਜਿਹੜੇ ਅਨਪੜ੍ਹ ਨੇ ਉਹ ਉੱਠਦੇ ਨੇ, ਉੱਠ ਕੇ ਨਹਾ ਧੋ ਕੇ ਗੁਰੂ ਘਰ ਆ ਕੇ ਬਹਿ ਜਾਂਦੇ ਨੇ। ਮਹਾਰਾਜ ਕਹਿੰਦੇ ਭਾਈ ਅਸੀਂ ਇਹ ਅਰਥ ਕੀਤੇ ਨੇ। ਇੱਕ ਤੇ ਬਿਲਕੁਲ ਪੜ੍ਹੇ ਲਿਖੇ ਹੋਏ ਨੇ, ਉਹਨਾਂ ਦੇ ਮਨ ਵਿੱਚ ਐਸਾ ਹੰਕਾਰ ਆ ਗਿਆ, ਨਹਿ ਸੰਤਨ ਕੀ ਸੇਵਾ ਕਰੇਹੀ। ਕਦੇ ਸਾਧ ਸੰਗਤ ਦੀ ਸੇਵਾ ਨਹੀਂ ਕੀਤੀ, ਕਦੇ ਸਤ ਸੰਗਤ ਨਹੀਂ ਕੀਤੀ, ਗੁਰੂ ਕੇ ਚਰਨ ਨਹੀਂ ਪਰਸੇ, ਬਸ ਆਪਣੇ ਗਿਆਨ ਵਿੱਚ ਹੰਕਾਰ ਵਿੱਚ ਤੁਰੇ ਫਿਰੇ ਤੇ ਉਹ ਖਾਲੀ ਰਹਿ ਗਏ। ਇੱਕ ਜੋ ਬਿਲਕੁਲ ਅਨਪੜ੍ਹ ਹਨ, ਉਹਨਾਂ ਨੇ ਆ ਕਰਕੇ ਸਾਧ ਸੰਗਤ ਦੀ ਸੇਵਾ ਕੀਤੀ, ਸਤ ਸੰਗਤ ਕੀਤੀ, ਬੈਠ ਕਰਕੇ ਕਥਾ ਕੀਰਤਨ ਸ਼ਰਵਣ ਕੀਤਾ। ਮਹਾਰਾਜ ਕਹਿੰਦੇ ਉਹ ਗੁਰੂ ਨਾਨਕ ਤੋਂ ਸਾਰੀਆਂ ਹੀ ਦਾਤਾਂ ਲੈ ਗਏ। ਏਦਾਂ ਮਹਾਰਾਜ ਜੀਆਂ ਨੇ ਫਿਰ ਵੱਖੋ ਵੱਖਰੇ ਪ੍ਰਮਾਣ ਦੇ ਕਰਕੇ ਸਮਝਾਉਣਾ ਕੀਤਾ ਹੈ ਕਿ ਜਿਵੇਂ ਕੋਈ ਘਰੋਂ ਚੱਲੇ ਤੇ ਸਤ ਸੰਗਤ ਦੇ ਵਿੱਚ ਆ ਕੇ ਬੈਠ ਜਾਵੇ, ਬੈਠੇ ਬੈਠੇ ਨੂੰ ਨੀਂਦ ਆ ਜਾਵੇ ਤੇ ਜਦੋਂ ਸਤ ਸੰਗਤ ਦੀ ਸਮਾਪਤੀ ਹੋਵੇ, ਹੋਰ ਕੁਝ ਪ੍ਰਾਪਤ ਹੋਵੇ ਨਾ ਹੋਵੇ, ਪਰ ਗੁਰੂ ਕੇ ਜੋ ਦੇਗ ਵਰਤਾਉਣ ਵਾਲੇ ਸਿੱਖ ਨੇ ਉਹ ਕਹਿ ਦਿੰਦੇ ਨੇ ਭਾਈ ਦੇਗ ਵਰਤ ਰਹੀ ਹੈ, ਜਾਂ ਉੱਠ ਕੇ ਦੇਗ ਪ੍ਰਾਪਤ ਕਰ ਲੈ। ਘੱਟੋ ਘੱਟ ਦੇਗ ਤੇ ਪ੍ਰਾਪਤ ਜ਼ਰੂਰਤ ਹੁੰਦੀ ਹੈ।
ਇੱਕ ਉਹ ਨੇ ਜਿਹੜੇ ਬੜੇ ਜਾਗਦੇ ਤੁਰੇ ਫਿਰਦੇ ਨੇ, ਪਰ ਜਾਗਦੇ ਘਰਾਂ ਦੇ ਵਿੱਚ ਨੇ। ਮਨ ਦੇ ਖਿਆਲ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਕਿ ਮਾਇਆ ਕਿੱਥੇ ਖਰਚਣੀ ਹੈ, ਕਿੱਥੋਂ ਕਮਾਉਣੀ ਹੈ। ਏਦਾਂ ਹੀ ਮਹਾਰਾਜ ਕਹਿੰਦੇ ਘਰੇ ਜਾਗਦੇ ਤੁਰੇ ਫਿਰਦੇ ਨੇ, ਆਪਣਿਆਂ ਖਿਆਲਾਂ ਵਿੱਚ ਨਾ ਹੀ ਗਿਆਨ ਪ੍ਰਾਪਤ ਹੈ ਔਰ ਨਾ ਹੀ ਗੁਰੂ ਕੀ ਦੇਗ ਪ੍ਰਾਪਤ ਹੈ। ਏਦਾਂ ਖਾਲੀ ਰਹਿ ਜਾਂਦੇ ਨੇ। ਐਸੇ ਉਪਦੇਸ਼ ਦੇ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਗੁਰਸਿੱਖਾਂ ਨੂੰ ਸਮਝਾਇਆ ਹੈ ਕਿ ਕਈ ਵੇਰੀ ਬਹੁਤਾ ਗਿਆਨਵਾਨ ਹੋ ਕਰਕੇ ਵੀ ਮਨੁੱਖ ਹੰਕਾਰੀ ਹੋ ਜਾਂਦਾ ਹੈ ਔਰ ਬਿਲਕੁਲ ਅਨਪੜ੍ਹ ਬੜੀ ਸ਼ਰਧਾ ਭਾਵਨਾ ਵਾਲਾ ਹੁੰਦਾ ਹੈ। ਇਸ ਲਈ ਭਾਈ ਨਿਰਹੰਕਾਰ ਹੋ ਕਰਕੇ ਗੁਰਬਾਣੀ ਪੜ੍ਹਨੀ, ਸੇਵਾ ਕਰਨੀ, ਸਤਸੰਗਤ ਕਰਨੀ ਹੈ ਤੇ ਫਿਰ ਜਨਮ ਸਫਲਾ ਹੋਵੇਗਾ। ਇਹਨਾਂ ਗੁਰਸਿੱਖਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਬਚਨਾਂ ਨੂੰ ਸੁਣ ਕਰਕੇ ਅਨਪੜ੍ਹ ਸੁਪਤ ਕਰਹਿ ਸਤਸੰਗ, ਮਨ ਨੀਵਾ ਕਰ ਸਰਦਾ ਸੰਗ, ਤਿਸ ਕੀ ਨੀਂਦ ਅਵਿਦਿਆ ਜੋਏ, ਗਿਆਨ ਸੁਣਾਏ ਸਕਲ ਦੇਖੋਏ। ਇਹਨਾਂ ਨੇ ਮਨ ਨੀਵਾ ਕਰਕੇ, ਮਤ ਉੱਚੀ ਕਰਕੇ ਸੰਗਤ ਜੀ ਸਤਸੰਗਤ ਸ਼ੁਰੂ ਕਰ ਦਿੱਤੀ, ਸੇਵਾ ਸਿਮਰਨ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਇਹਨਾਂ ਦੇ ਜੋ ਲੋਕ ਪਰਲੋਕ ਸਵਰਿਆ ਹੈ। ਆਓ ਜਿਸ ਪ੍ਰਕਾਰ ਅੱਗੇ ਗੁਰਸਿੱਖ ਆ ਕਰਕੇ ਮਹਾਰਾਜ ਜੀਆਂ ਨੂੰ ਬੇਨਤੀ ਕਰਦੇ ਨੇ, ਮਨ ਚਿਤ ਬਿਰਤੀਆਂ ਇਕਾਗਰ ਕਰੀਏ, ਸ਼ਰਧਾ ਭਾਵਨਾ ਦੇ ਨਾਲ ਗੁਰ ਇਤਿਹਾਸ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਚਾਰ ਕੋ ਸਿੱਖਨ ਸੁਭਗਤ ਪਾਈ, ਸ੍ਰੀ ਅਰਜਨ ਜੀ ਭਾਏ ਸਹਾਈ। ਫਿਰ ਨਾ ਬਹਿਲ ਨਾਮ ਇੱਕ ਚੰਗਾ, ਤ੍ਰਿਤੀਓ ਜੇਠਾ ਮਿਲ ਕਰ ਸੰਗਾ। ਚਾਰੋ ਸਿੱਖਨ ਸੁਭਗਤ ਪਾਈ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਬਚਨ ਸੁਣ ਕਰਕੇ ਚੌਂ ਗੁਰਸਿੱਖ ਜੋ ਚਾਰ ਗੁਰਸਿੱਖ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਆਏ ਸਨ। ਗੁਰੂ ਕੇ ਬਚਨਾਂ ਨੂੰ ਸੁਣ ਕਰਕੇ ਕਮਾਉਣਾ ਸ਼ੁਰੂ ਕੀਤਾ ਹੈ। ਚਾਰ ਸਿੱਖਨ ਸੁਭਗਤ ਪਾਈ। ਜਦੋਂ ਅੰਤਲਾ ਸਮਾਂ ਆਇਆ ਹੈ, ਲੋਕ ਤੋਂ ਪਰਲੋਕ ਗਏ ਹਨ, ਫਿਰ ਉਹਨਾਂ ਦਾ ਲੋਕ ਪਰਲੋਕ ਸਵਰਿਆ ਹੈ ਜੀ। ਸ੍ਰੀ ਅਰਜਨ ਜੀ ਭਾਏ ਸਹਾਈ। ਕਿਉਂਕਿ ਅੰਤਲੇ ਸਮੇਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦੇ ਸਹਾਈ ਹੋਏ, ਤੇ ਜਿਸ ਦਾ ਗੁਰੂ ਸਹਾਈ ਹੋ ਜਾਵੇ ਸੰਗਤ ਜੀ, ਫਿਰ ਉਸ ਦਾ ਲੋਕ ਪਰਲੋਕ ਨਾ ਸਵਰੇ, ਇਹ ਹੋ ਨਹੀਂ ਸਕਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਸਹਾਈ ਹੋਏ ਨੇ ਤੇ ਮਹਾਰਾਜ ਜੀਆਂ ਨੇ ਜਨਮਾਂ ਮਰਨਾਂ ਦੇ ਬੰਧਨਾਂ ਚੋਂ ਕੱਢ ਕਰਕੇ ਲੋਕ ਪਰਲੋਕ ਸਵਾਰਿਆ, ਮੁਕਤੀ ਬਖਸ਼ੀ ਹੈ। ਫਿਰ ਨਾ ਬਹਿਲ ਨਾਮ ਇੱਕ ਚੰਗਾ। ਫਿਰ ਮਹਾਰਾਜ ਜੀਆਂ ਦੇ ਕੋਲ ਭਾਈ ਫਿਰਨਾ ਜੀ, ਭਾਈ ਬਹਿਲ ਜੀ, ਜਿਨ੍ਹਾਂ ਦਾ ਬੜਾ ਚੰਗਾ ਜੀਵਨ ਹੈ, ਬੜਾ ਚੰਗਾ ਨਾਮ ਹੈ। ਤ੍ਰਿਤੀਓ ਜੇਠਾ ਮਿਲ ਕਰ ਸੰਗਾ। ਤੇ ਤੀਸਰਾ ਭਾਈ ਜੇਠਾ ਜੀ, ਇਹਨਾਂ ਭਾਈ ਫਿਰਨੇ ਤੇ ਭਾਈ ਬਹਿਲ ਦੇ ਨਾਲ ਮਿਲ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਵੱਲ ਅੰਮ੍ਰਿਤਸਰ ਸਾਹਿਬ ਵੱਲ ਆਉਂਦੇ ਨੇ। ਸ੍ਰੀ ਗੁਰ ਭਗ ਕੋ ਬੰਧਨ ਧਾਰੀ। ਆ ਕਰਕੇ ਭਾਈ ਫਿਰਨੇ ਨੇ, ਭਾਈ ਬਹਿਲ ਨੇ ਔਰ ਭਾਈ ਜੇਠੇ ਨੇ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਅੰਦਰ ਪਹੁੰਚਦੇ, ਜਿੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਦਰਬਾਰ ਸਜਿਆ ਹੁੰਦਾ। ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਬੈਠੀ ਹੈ। ਉੱਠ ਕਰਕੇ ਮਹਾਰਾਜ ਨੂੰ ਵਾਰ-ਵਾਰ ਬੇਨਤੀਆਂ ਕਰ ਰਹੇ ਨੇ। ਜਦੋਂ ਸਮਾਂ ਲੱਗਿਆ, ਫਿਰ ਇਹਨਾਂ ਗੁਰਸਿੱਖਾਂ ਨੇ ਵੀ ਸ੍ਰੀ ਗੁਰ ਪੱਗ ਕੋ ਬੰਧਨ ਧਾਰੀ। ਭਾਈ ਫਿਰਨਾ, ਭਾਈ ਬਹਿਲ ਔਰ ਭਾਈ ਜੇਠੇ ਨੇ
ਸ਼੍ਰੋਮਣੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਤੇ ਜਾ ਕਰ ਨਮਸਕਾਰ ਕੀਤੀ ਹੈ। ਜੋਰ ਹਾਥ ਨਿਜ ਅਰਜ਼ ਗੁਜਾਰੀ। ਔਰ ਦੋਨੋਂ ਹੱਥ ਜੋੜ ਕਰਕੇ ਤਿੰਨਾਂ ਜਾਣਿਆਂ ਨੇ ਸੰਗਤ ਜੀ ਮਹਾਰਾਜ ਜੀਆਂ ਅੱਗੇ ਅਰਜ਼ ਗੁਜ਼ਾਰੀ ਬੇਨਤੀ ਕੀਤੀ ਹੈ। ਗੁਰੂ ਗਰੀਬ ਨਿਵਾਜ ਬਤਾਵੋ। ਹੱਥ ਜੋੜ ਕੇ ਕਹਿਣ ਲੱਗੇ ਸੱਚੇ ਸਤਿਗੁਰੂ ਗੁਰੂ ਗਰੀਬਾਂ ਨੂੰ ਨਿਵਾਜਣ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਦਸਣਾ ਕਰੋ। ਹਮਰੇ ਔਰ ਸੰਦੇਹ ਮਿਟਾਵੋ। ਮਹਾਰਾਜ ਸਾਡੇ ਮਨ ਦੇ ਵਿੱਚ ਇੱਕ ਸ਼ੰਕਾ ਹੈ, ਇੱਕ ਸਵਾਲ ਹੈ, ਆਪ ਜੀ ਕਿਰਪਾ ਕਰਕੇ ਉਹ ਸ਼ੰਕਾ ਮੇਟ ਦੇਵੋ। ਕੀਤਕ ਸਿਮ ਰਹਿ ਰਾਮ ਸੋ ਨਾਮ। ਮਹਾਰਾਜ ਕੇਤਕ ਸਿਮਰ ਹੈ ਰਾਮ ਸੋ ਨਾਮ। ਕਿੰਨੇ ਲੋਕ ਹਨ ਸੰਸਾਰ ਤੇ ਜਿਹੜੇ ਕੇਵਲ ਰਾਮ 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 ਹੀ ਸਿਮਰਦੇ ਨੇ। ਕੀਤਕ ਕ੍ਰਿਸ਼ਨ ਹਰੇ ਘਨਸ਼ਿਆਮ। ਤੇ ਕੇਤਕ ਕਿੰਨੇ ਕੁ ਮਹਾਰਾਜ ਜਿਹੜੇ ਭਗਵਾਨ ਕ੍ਰਿਸ਼ਨ ਦੇ ਉਪਾਸਕ ਹਨ, ਉਹ ਹਰੇ 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 ਜਪਦੇ ਹਨ। ਕੇਚਿਤ ਓੰ ਕੇਚਿਤ ਸੋਹੰ। ਕੇਤਕ ਮਹਾਰਾਜ ਕਿੰਨੇ ਓੰ 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 ਜਪਦੇ ਨੇ, ਕਿਤਨੇ ਕੁ ਸੋਹੰ 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 ਜਪਦੇ ਹਨ। ਸਿਮਰੈ ਨਾਮ ਪਰਮਗਤ ਹੋਹੰ। ਮਹਾਰਾਜ ਇਹ ਨਾਮ ਤਾਂ ਸਿਮਰਦੇ ਨੇ ਕਿ ਸਾਡੀ ਗਤੀ ਹੋ ਜਾਵੇ। ਸਿਮਰਨ ਕਰਨ ਵਾਲੇ ਜਿਹੜੇ ਲੋਕ ਹਨ ਨਾ, ਇਹ ਵੱਖੋ ਵੱਖਰਿਆਂ ਨਾਮਾਂ ਨੂੰ ਸਿਮਰ ਰਹੇ ਨੇ। ਆਪੋ ਆਪਣੇ ਧਰਮਾਂ ਵਿੱਚ ਕੋਈ ਰਾਮ ਰਾਮ ਸਿਮਰ ਰਿਹਾ ਹੈ, ਕੋਈ ਹਰੇ ਹਰੇ ਸਿਮਰ ਰਿਹਾ ਹੈ, ਕੋਈ ਓਮ ਕੋਈ ਸੋਹਮ ਸਿਮਰਦਾ ਹੈ। ਕਾਹਦੇ ਵਾਸਤੇ? ਕਿ ਸਾਡਾ ਕਲਿਆਣ ਹੋ ਜਾਵੇ, ਇਹ ਮਨੁੱਖਾ ਜੀਵਨ ਸਫਲਾ ਹੋ ਜਾਵੇ, ਮੁੜ ਕੇ ਜਨਮਾਂ ਮਰਨਾਂ ਦੇ ਬੰਧਨਾਂ ਵਿੱਚ 84 ਲੱਖ ਜੂਨਾਂ ਦੇ ਗੇੜੇ ਵਿੱਚ ਨਾ ਪੈਣਾ ਪਵੇ। ਇਸ ਲਈ ਮਹਾਰਾਜ ਇਹ ਲੋਕ ਨਾਮਾਂ ਨੂੰ ਜਪਦੇ ਹਨ। ਹਮਕੋ ਉਚਿਤ ਕੌਣ ਮੁਖ ਜਾਪਨ। ਮਹਾਰਾਜ ਸਾਡੇ ਮਨ ਦੇ ਵਿੱਚ ਇਹ ਸ਼ੰਕਾ ਹੈ ਕਿ ਅਸੀਂ ਕਿਹੜਾ ਨਾਮ ਜਪੀਏ। ਕੋਈ ਰਾਮ ਰਾਮ ਹਰੇ ਹਰੇ ਓਮ ਸੋਹੰ ਜਪ ਰਹੇ ਨੇ। ਆਪ ਜੀ ਕਿਰਪਾ ਕਰੋ, ਕਿਹੜਾ ਨਾਮ ਸਾਰਿਆਂ ਨਾਮਾਂ ਤੋਂ ਉੱਤਮ ਹੈ? ਕਿਹੜਾ ਨਾਮ ਜਪਣਾ ਚੰਗਾ ਹੈ? ਰਾਮ ਰਾਮ ਜਪੀਏ ਜਾਂ ਹਰੇ ਹਰੇ ਜਪੀਏ ਜਾਂ ਓਮ ਓਮ ਜਾਂ ਸੋਹੰ ਸੋਹੰ ਜਪੀਏ? ਆਪ ਜੀ ਸਾਡੇ ਮਨ ਦਾ ਇਹ ਸ਼ੰਕਾ ਨਿਵਰਤ ਕਰ ਦੇਵੋ। ਕਿਰਪਾ ਕਰਕੇ ਸਾਨੂੰ ਦੱਸਣਾ ਕਰੋ, ਕਿਹੜਾ ਨਾਮ ਉੱਤਮ ਹੈ, ਸਾਰਿਆਂ ਚੋਂ ਉੱਚਾ ਹੈ, ਜਿਸ ਨੂੰ ਜਪ ਕਰਕੇ ਸਾਡਾ ਜੀਵਨ ਸਵਰੇ ਜੀ। ਉਪਦੇਸੁ ਸਤਿਗੁਰ ਅਗ ਖਾਪਨ। ਮਹਾਰਾਜ ਆਪ ਜੀ ਪਾਪਾਂ ਨੂੰ ਕੱਟਣ ਵਾਲੇ ਹੋ, ਦੁੱਖਾਂ ਕਲੇਸ਼ਾਂ ਨੂੰ ਮੇਟਣ ਵਾਲੇ ਹੋ। ਸਤਿਗੁਰੂ ਜੀ ਆਪ ਜੀ ਉਪਦੇਸ਼ ਦੇਣਾ ਕਰੋ, ਅਸੀਂ ਕਿਹੜਾ ਨਾਮ ਜਪੀਏ ਜਿਸ ਨਾਮ ਨੂੰ ਜਪਣ ਦੇ ਨਾਲ ਸਾਡੇ ਜੀਵਨ ਅੰਦਰ ਜਾਣੇ ਅਣਜਾਣੇ ਜੋ ਪਾਪ ਹੋਏ ਨੇ ਉਹ ਮਿਟ ਜਾਵੇ। ਜਾਣੇ ਅਣਜਾਣੇ ਭੁੱਲਾਂ ਹੋਈਆਂ ਨੇ, ਉਹਨਾਂ ਦਾ ਲੇਖਾ ਜੋਖਾ ਇੱਥੇ ਹੀ ਮਿਟ ਜਾਵੇ। ਜਮਾਂ ਦੇ ਵਸ ਧਰਮ ਰਾਜੇ ਦੇ ਵਸ ਨਾ ਪਈਏ। ਕੋਈ ਐਸਾ ਉਪਦੇਸ਼, ਕੋਈ ਐਸਾ ਨਾਮ ਦੱਸੋ ਜੋ ਪਾਪਾਂ ਨੂੰ ਮੇਟਣ ਵਾਲਾ ਹੋਵੇ ਜੀ। ਸੁਨ ਸ੍ਰੀ ਮੁਕਤੀ ਹੁਕਮ ਬਖਾਨਾ। ਜਦੋਂ ਇਸ ਪ੍ਰਕਾਰ ਭਾਈ ਫਿਰਨੇ, ਭਾਈ ਬਹਿਲ ਤੇ ਭਾਈ ਜੇਠੇ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ, ਮਹਾਰਾਜ ਸਾਡਾ ਸ਼ੰਕਾ ਨਿਵਰਤ ਕਰੋ। ਕਿਹੜੇ ਨਾਮ ਨੂੰ ਜਪੀਏ ਜਿਸ ਨਾਮ ਦੇ ਵਿੱਚ ਐਸੀ ਤਾਕਤ ਹੋਵੇ, ਜੀਵਨ ਦੀਆਂ ਪਾਪਾਂ ਨੂੰ ਮੇਟ ਕਰਕੇ ਲੋਕ ਪਰਲੋਕ ਸਵਾਰ ਦੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੁਣ ਸ੍ਰੀ ਮੁਖ ਤੇ ਹੁਕਮ ਬਖਾਨਾ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਜਦੋਂ ਗੁਰਸਿੱਖਾਂ ਦੀ ਬੇਨਤੀ ਸੁਣੀ ਹੈ, ਫਿਰ ਮਹਾਰਾਜ ਐਸਾ ਹੁਕਮ ਕਰਦੇ ਹਨ। ਸਿਮਰੋ ਵਾਹਿਗੁਰੂ ਦੁਖਹਾਨਾ। ਮਹਾਰਾਜ ਕਹਿੰਦੇ ਭਾਈ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਣਾ ਕਰੋ, ਕਿਉਂਕਿ ਵਾਹਿਗੁਰੂ ਸ਼ਬਦ ਵਿੱਚ ਐਸੀ ਸਮਰੱਥਾ, ਐਸੀ ਤਾਕਤ ਹੈ ਜੋ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਨੂੰ ਨਾਸ਼ ਕਰਨ ਵਿੱਚ ਸਮਰੱਥ ਹੈ। ਤਰੀ ਨੀਰ ਕੇ ਤੀਰ
ਤਾਰੈ। ਮਹਾਰਾਜ ਕਹਿੰਦੇ ਜਿਵੇਂ ਭਾਈ ਨਦੀ ਦੇ ਕਿਨਾਰੇ ਕਿੰਨੀਆਂ ਹੀ ਕਿਸ਼ਤੀਆਂ ਖੜੀਆਂ ਹੁੰਦੀਆਂ ਨੇ, ਨਦੀ ਦੇ ਕਿਨਾਰੇ ਕਿੰਨੀਆਂ ਹੀ ਕਿਸ਼ਤੀਆਂ ਖੜੀਆਂ ਹੁੰਦੀਆਂ ਨੇ, ਕੋਈ ਕਿਸੇ ਵੀ ਕਿਸ਼ਤੀ ਵਿੱਚ ਸਵਾਰ ਹੋ ਜਾਵੇ, ਕਿਉਂਕਿ ਹਰ ਕਿਸ਼ਤੀ ਸਮਰੱਥ ਹੁੰਦੀ ਹੈ ਇਸ ਕਿਨਾਰੇ ਤੋਂ ਉਸ ਕਿਨਾਰੇ ਲਿਜਾਣ ਤੱਕ। ਕੋਈ ਐਸੀ ਇੱਕ ਕਿਸ਼ਤੀ ਨਹੀਂ ਹੁੰਦੀ ਕਿ ਇਹ ਡੁੱਬ ਜਾਵੇਗੀ, ਇਹ ਪਾਰ ਹੋ ਜਾਵੇਗੀ। ਨਦੀ ਕਿਨਾਰੇ ਜਿਹੜੇ ਮਲਾਹ ਹਨ ਉਹ ਆਪੋ ਆਪਣੀਆਂ ਕਿਸ਼ਤੀਆਂ ਲੈ ਕੇ ਬੈਠੇ ਹੁੰਦੇ ਨੇ। ਉਹਨਾਂ ਨੂੰ ਮਾਇਆ ਦੇ ਕਰਕੇ, ਪੈਸੇ ਦੇ ਕਰਕੇ ਜਿਹੜੇ ਲੋਕ ਆਪਣਾ ਸਾਜੋ ਸਮਾਨ ਵਪਾਰੀ ਲੋਕ ਇੱਕ ਕਿਨਾਰਿਓਂ ਦੂਸਰੇ ਕਿਨਾਰੇ ਲੈ ਕੇ ਜਾਂਦੇ ਨੇ, ਜਿਵੇਂ ਨਦੀ ਕਿਨਾਰੇ ਖੜੀਆਂ ਹੋਈਆਂ ਕਿਸ਼ਤੀਆਂ ਸਾਰੀਆਂ ਵਿੱਚ ਸਮਰੱਥਾ ਹੁੰਦੀ ਹੈ, ਇਸ ਕਿਨਾਰਿਓਂ ਉਸ ਕਿਨਾਰ ਜਾਣ ਵਾਸਤੇ ਇਸ ਬਿਦ ਕੀ ਸ਼ਕਤੀ ਸਭ ਧਾਰੈ। ਮਹਾਰਾਜ ਕਹਿੰਦੇ ਵੈਸੇ ਤਾਂ ਇਸੇ ਤਰ੍ਹਾਂ ਸਾਰਿਆਂ ਨਾਮਾਂ ਦੇ ਵਿੱਚ ਹੀ ਸ਼ਕਤੀ ਬਰਾਬਰ ਹੈ। ਭਾਵੇਂ ਕੋਈ ਰਾਮ ਰਾਮ ਜਪ ਲਵੇ, ਕੋਈ ਅੱਲਾ ਅੱਲਾ ਜਪ ਲਵੇ, ਕੋਈ ਹਰੇ ਹਰੇ, ਕੋਈ ਓਮ ਓਮ, ਕੋਈ ਸੋਹੰ ਸੋਹੰ ਜਪ ਲਵੇ, ਪਰ ਭਾਈ ਗੁਰਸਿੱਖੋ ਜਿਹੜਾ ਵਾਹਿਗੁਰੂ ਸ਼ਬਦ ਹੈ ਨਾ, ਇਹ ਤੇ 4 ਯੁਗਾਂ ਦੀ ਸ਼ਕਤੀ ਹੈ। ਵੈਸੇ ਸਾਰੀਆਂ ਜਿਵੇਂ ਕਿਸ਼ਤੀਆਂ ਨਦੀ ਤੋਂ ਪਾਰ ਉਤਾਰਨ ਵਿੱਚ ਸਮਰੱਥ ਹੁੰਦੀਆਂ ਨੇ, ਏਦਾਂ ਇਹ ਸਾਰੇ ਹੀ ਜਿਹੜੇ ਨਾਮ ਹਨ ਨਾ, ਸਾਰਿਆਂ ਵਿੱਚ ਐਸੀ ਸਮਰੱਥਾ ਹੈ। ਕੋਈ ਕਿਸੇ ਵੀ ਨਾਮ ਨੂੰ ਜਪ ਲਵੇ, ਉਸ ਦਾ ਲੋਕ ਪ੍ਰਲੋਕ ਜ਼ਰੂਰ ਸਵਰ ਜਾਵੇਗਾ। ਤਉ ਵਿਚਾਰੋ ਜਿਸ ਜੋ ਉਚਰਿਓ। ਪਰ ਮਹਾਰਾਜ ਕਹਿੰਦੇ ਭਾਈ ਫਿਰ ਵੀ ਤੁਹਾਨੂੰ ਵਾਹਿਗੁਰੂ ਸ਼ਬਦ ਦੀ ਵਿਚਾਰ ਦੱਸਦੇ ਆ ਕਿ ਕਿਉਂ ਇੰਨਾ ਸਮਰੱਥ ਹੈ, ਕਿਉਂ ਇਸ ਵਿੱਚ ਸਭ ਤੋਂ ਜ਼ਿਆਦਾ ਸ਼ਕਤੀ ਹੈ, ਕਿਉਂ ਇਹ ਲੋਕ ਪ੍ਰਲੋਕ ਸਵਾਰਨ ਵਿੱਚ ਸਮਰੱਥ ਹੈ। ਤੁਹਾਨੂੰ ਵਾਹਿਗੁਰੂ ਸ਼ਬਦ ਬਾਬਤ ਦੱਸਦੇ ਹਾਂ। ਤਿਸੀ ਅਲੰਬ ਨਦੀ ਕੋ ਤਰਿਓ। ਮਹਾਰਾਜ ਕਹਿੰਦੇ ਜੋ ਗੁਰੂ ਨਾਨਕ ਕੀ ਗੁਰਸਿੱਖੀ ਹੈ, ਉਹ ਤੇ ਵਾਹਿਗੁਰੂ ਵਾਹਿਗੁਰੂ ਨੂੰ ਜਪ ਕਰਕੇ ਹੀ ਏਦਾਂ ਭਵਜਲ ਸੰਸਾਰ ਤੋਂ ਪਾਰ ਹੋਈ ਹੈ। ਗੁਰੂ ਨਾਨਕ ਨੇ ਗੁਰਸਿੱਖੀ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਐਸਰਾ ਅਲੰਬ ਭਾਵ ਆਸਰਾ ਦਿੱਤਾ ਹੈ। ਤਿਸੀ ਅਲੰਬ ਨਦੀ ਕੋ ਤਰਿਓ, ਜਿਵੇਂ ਨਦੀ ਦੇ ਕਿਨਾਰੇ ਤੇ ਖੜੀ ਕਿਸ਼ਤੀ ਵਿੱਚ ਬੈਠ ਕਰਕੇ ਕਿਸ਼ਤੀ ਦੇ ਸਹਾਰੇ ਮਨੁੱਖ ਆਪ ਵੀ ਆਪਣੇ ਸਾਰੇ ਸਾਜੋ ਸਮਾਨ ਨੂੰ ਨਦੀ ਤੋਂ ਪਾਰ ਕਰ ਲੈਂਦਾ ਹੈ। ਇਹਦਾ ਨਾਮ ਰੂਪੀ ਜਹਾਜ਼ ਹੈ ਵਾਹਿਗੁਰੂ, ਗੁਰੂ ਕਾ ਸ਼ਬਦ, ਤੇ ਵਾਹਿਗੁਰੂ ਵਾਹਿਗੁਰੂ ਦਾ ਸਹਾਰਾ ਲੈ ਕਰਕੇ ਮਨੁੱਖ ਭਵਜਲ ਸੰਸਾਰ ਤੋਂ ਪਾਰ ਹੋ ਜਾਂਦਾ ਹੈ। ਤਿਮ ਪਰਮੇਸ਼ਰ ਕੇ ਸਭ ਨਾਮ। ਮਹਾਰਾਜ ਕਹਿੰਦੇ ਵੈਸੇ ਤੇ ਸਾਰੇ ਹੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਹਨ। ਕੋਈ ਉਸ ਨੂੰ ਰਾਮ ਰਾਮ ਅੱਲਾ ਅੱਲਾ ਹਰੇ ਹਰੇ ਕੋਈ ਕੁਝ ਵੀ ਕਹਿ ਲਵੇ, ਆਪੋ ਆਪਣੇ ਧਰਮਾਂ ਵਿੱਚ ਲੋਕ ਵੱਖੋ ਵੱਖਰੇ ਨਾਮ ਉਚਾਰਦੇ, ਕੋਈ ਰਾਮ ਰਾਮ ਜਪਦਾ ਏ, ਕੋਈ ਹਰੇ ਹਰੇ, ਕੋਈ ਅੱਲਾ ਅੱਲਾ ਤੇ ਕੋਈ ਵਾਹਿਗੁਰੂ ਵਾਹਿਗੁਰੂ। ਸਾਰੇ ਹੀ ਨਾਮ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇਹ ਅਕਾਲ ਪੁਰਖ ਵਾਹਿਗੁਰੂ ਦੇ ਹਨ। ਕਰਹਿ ਪਾਰ ਸਿਮਰੇ ਉਰ ਧਾਮ। ਮਹਾਰਾਜ ਕਹਿੰਦੇ ਫਿਰ ਜਿਹੜਾ ਨਾਮ ਨੂੰ ਸਿਮਰ ਲੈਂਦਾ ਹੈ ਉਹ ਫਿਰ ਭਾਈ ਭਵਜਲ ਸੰਸਾਰ ਤੋਂ ਪਾਰ ਹੋ ਜਾਂਦਾ ਹੈ। ਨਾਮ ਦੇ ਸਿਮਰਨ ਵਿੱਚ ਐਸੀ ਤਾਕਤ ਹੈ, ਐਸੀ ਬਖਸ਼ਿਸ਼ ਹੈ, ਮਨੁੱਖ ਦੇ ਸਾਰੇ ਲੋਕ ਦੇ ਅਤੇ ਪ੍ਰਲੋਕ ਦੇ ਕਾਰਜ ਸਵਰ ਜਾਂਦੇ ਨੇ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਤੇ ਤਿਨ ਕੇ ਕਾਜ ਸਵਾਰਤਾ। ਭਗਤ ਧੰਨਾ ਜੀ ਵੀ ਇਸ ਗੱਲ ਦੀ ਗਵਾਹੀ ਭਰ ਰਹੇ ਨੇ। ਜਦੋਂ ਭਗਤ ਧੰਨਾ ਜੀ ਹੁਣਾਂ ਨੂੰ ਪਤਾ ਲੱਗਦਾ ਹੈ ਪਰਮੇਸ਼ਰ ਦੀ ਬਾਬਤ ਸਤਸੰਗਤ ਦੇ ਵਿੱਚ ਜਾ ਕੇ ਬਹਿੰਦੇ ਨੇ ਤੇ ਸਤਸੰਗਤ ਦੇ ਵਿੱਚ ਸੁਣਦੇ ਨੇ ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹ ਸਰਬ ਕਲਾ ਹੀ ਸਮਰੱਥ ਹੈ, ਉਹ ਸਾਰਾ ਕੁਝ ਕਰਨਹਾਰ ਹੈ ਔਰ ਸਾਰਾ ਕੁਝ ਪਲ ਦੇ ਵਿੱਚ ਕਰ ਦਿੰਦਾ ਹੈ। ਭਗਤ ਧੰਨਾ ਜੀ ਸੰਗਤ ਦੀ ਜੰਡ ਬੁੱਧੀ ਸੀ ਤੇ ਮਨ ਦੇ ਵਿੱਚ ਖਿਆਲ ਆਇਆ ਕਿ ਜੇਕਰ ਪਰਮੇਸ਼ਰ ਐਸਾ ਸਮਰੱਥ ਹੈ ਤੇ ਪਲ ਦੇ ਵਿੱਚ ਕੰਮ ਕਾਰ ਨਿਬੇੜ ਦਿੰਦਾ ਹੈ, ਮੇਰੇ ਤਾਂ ਖੇਤੀਬਾੜੀ ਦਾ ਕੰਮ ਵਾਹਵਾ ਹੁੰਦਾ ਹੈ,
ਮੈਨੂੰ ਕਈ ਕਾਮੇ ਪਾਉਣੇ ਪੈਂਦੇ ਨੇ ਖੇਤੀ ਦੇ ਕੰਮ ਵਿੱਚ, ਤੇ ਫੇਰ ਕਿਤੇ ਜਾ ਕੇ ਕੰਮ ਸੂਤ ਆਉਂਦਾ ਹੈ। ਕਿਉਂ ਨਾ ਇਸ ਪਰਮੇਸ਼ਰ ਦੇ ਨਾਲ ਹੀ ਸੰਪਰਕ ਕੀਤਾ ਜਾਵੇ, ਜਿਹੜਾ ਇਹ ਅਕਾਲ ਪੁਰਖ ਵਾਹਿਗੁਰੂ ਹੈ। ਤੇ ਸੁਣਿਆ ਹੈ ਕਿ ਇਹਦਾ ਨਾਮ ਜਪਦੇ ਰਹੀਏ ਤੇ ਇਹਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਮਨੁੱਖ ਦੇ ਕੋਲ ਆ ਜਾਂਦਾ ਹੈ, ਇਸ ਨੂੰ ਕੋਲ ਸਦੀਏ। ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਗੁਰਬਾਣੀ ਭਗਤ ਧੰਨੇ ਦੇ ਪਰਥਾਏ ਦੱਸਦੀ ਹੈ, ਇਹ ਬਿਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ। ਜਦੋਂ ਇਹ ਗੱਲ ਸੁਣੀ ਨਾ ਕਿ ਪਰਮੇਸ਼ਰ ਬੜਾ ਸਮਰੱਥ ਹੈ, ਕਈ ਸਾਲਾਂ ਦਾ ਕੰਮ ਇੱਕ ਪਲ ਵਿੱਚ ਕਰ ਸਕਦਾ ਹੈ, ਤੇ ਇਹ ਬਿਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ। ਭਗਤੀ ਕਰਨ ਲੱਗਿਆ ਸੰਗਤ ਜੀ। ਸਵੇਰੇ ਸਦੇ ਹੀ ਉੱਠ ਖੜਿਆ ਕਰੇ, ਨਹਾ ਧੋ ਕੇ ਸੰਗਤ ਜੀ ਨਾਮ ਜਪਿਆ ਕਰੇ, ਫਿਰ ਹਲ ਵਾਹੁੰਦਾ, ਕੰਮਕਾਰ ਕਰਦਾ, ਕਹੀ ਚਲਾਉਂਦਾ ਆਦਿਕ, ਫਿਰ ਵਾਹਿਗੁਰੂ 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 ਜਪਦਾ ਰਿਹਾ ਸੰਗਤ ਜੀ। ਫਿਰ ਹੋਇਆ ਕਿ ਇਹ ਬਿਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ। ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਨਾਮ ਜਪਦੇ ਜਪਦੇ ਦੇ ਐਸੇ ਵੱਡੇ ਭਾਗ ਜਾਗ ਪਏ, ਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹ ਪ੍ਰਤੱਖ ਹੀ ਆ ਕੇ ਭਗਤ ਧੰਨੇ ਨੂੰ ਮਿਲਿਆ ਕਿ ਦੱਸੋ ਧੰਨਾ ਜੀ, ਕੀ ਕਰਨਾ ਹੈ, ਕੀ ਚਾਹੁੰਦੇ ਹੋ, ਕੀ ਦਾਤ ਬਖਸ਼ੀਏ। ਸੰਗਤ ਜੀ ਆਪਣੇ ਵਰਗਾ ਲਾਲਚੀ ਹੁੰਦਾ ਤੇ ਖੌਰੇ ਕੀ ਮੰਗਦਾ। ਜੱਟ ਬੁੱਧੀ ਸੀ ਸੰਗਤ ਜੀ, ਸਿੱਧਾ ਸਾਦਾ ਸੀ, ਤੇ ਕਹਿਣ ਲੱਗਾ ਭਾਈ ਕਰਨਾ ਕਰਾਉਣਾ ਕੀ ਆ। ਉਹ ਸਾਹਮਣੇ ਗਾਵਾਂ ਖੜੀਆਂ ਨੇ, ਪਹਿਲਾਂ ਉਹਨਾਂ ਨੂੰ ਚਾਰ ਲਿਆ, ਤੇ ਫਿਰ ਆ ਜਾ ਭਾਈ ਹਲ ਪਾਉਣੇ ਨੇ, ਹਲ ਨੂੰ ਵਾਹ ਤੂੰ, ਬਲਦਾਂ ਦੇ ਮਗਰ ਮਗਰ ਤੁਰ, ਫਸਲਾਂ ਵਿੱਚੋਂ ਨਦੀਨ ਘਾਹ ਨੂੰ ਕੱਢਣਾ ਕਰ। ਏਦਾਂ ਹੀ ਸੰਗਤ ਜੀ ਕੰਮ ਕਰਵਾਉਂਦਾ ਰਿਹਾ ਪਰਮੇਸ਼ਰ ਤੋਂ, ਕਿਉਂਕਿ ਭਗਤਾਂ ਦੇ ਪਰਮੇਸ਼ਰ ਵਸ ਹੋ ਜਾਂਦਾ ਹੈ। ਤੇ ਜਿਹੜਾ ਬੰਦਾ ਵਸ ਹੋ ਜਾਵੇ ਉਹਦੇ ਤੋਂ ਕੁਝ ਵੀ ਕਰਵਾ ਲਈਏ, ਜਿਹੜਾ ਅਧੀਨ ਹੀ ਹੋ ਗਿਆ ਸੰਗਤ ਜੀ ਉਹਦੇ ਤੋਂ ਕੁਝ ਵੀ ਕਰਵਾ ਲਈਏ। ਏਦਾਂ ਹੀ ਭਗਤ ਧੰਨਾ ਜੀ ਹੁਣਾਂ ਨੇ ਨਾਮ ਜਪ ਜਪ ਕੇ ਪਰਮੇਸ਼ਰ ਦੀ ਭਗਤੀ ਕੀਤੀ, ਭਗਤੀ ਕਰ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ। ਤੇ ਜਦੋਂ ਪਰਮੇਸ਼ਰ ਆ ਕਰਕੇ ਸਨਮੁਖ ਖੜੇ ਹੋਏ, ਫਿਰ ਖੇਤਾਂ ਦਾ ਕੰਮ ਵੀ ਕਰਵਾਇਆ ਵਾਹਿਗੁਰੂ ਤੋਂ। ਤੇ ਵਾਹਿਗੁਰੂ ਜੀ ਫਿਰ ਟੁੱਟ ਜਾਂਦੇ ਸਨ ਆਪਣੇ ਸੇਵਕਾਂ ਤੇ ਆਪਣੇ ਭਗਤਾਂ ਤੇ, ਕਿਉਂਕਿ ਭਗਤਾਂ ਵਿੱਚ ਐਸੀ ਸਮਰੱਥਾ ਹੈ ਕਿ ਨਾਮ ਜਪ ਜਪ ਕੇ ਪਰਮੇਸ਼ਰ ਨੂੰ ਵਸ ਕਰ ਸਕਦੇ ਨੇ। ਪਰ ਪਰਮੇਸ਼ਰ ਵਿੱਚ ਐਸੀ ਸਮਰੱਥਾ ਨਹੀਂ ਕਿ ਉਹ ਭਗਤਾਂ ਤੋਂ ਬਾਹਰੇ ਹੋ ਜਾਣ, ਭਗਤਾਂ ਤੋਂ ਛੁੱਟ ਜਾਵਣ। ਭਗਤ ਨਾਮਦੇਵ ਜੀ ਕਹਿੰਦੇ, ਮਹਾਰਾਜ ਅਸੀਂ ਤੇ ਜਮਾਂ ਦੇ ਜਾਲ ਤੋਂ, ਜਨਮਾਂ ਮਰਨਾਂ ਦੇ ਬੰਧਨਾਂ ਤੋਂ ਤੁਹਾਡਾ ਨਾਮ ਜਪ ਜਪ ਕੇ ਛੁੱਟ ਜਾਵਾਂਗੇ। ਜਮਾਂ ਦੇ ਬੰਨੇ ਹੋਏ ਤੁਹਾਡਾ ਨਾਮ ਜਪ ਜਪ ਕੇ ਛੁੱਟ ਜਾਵਾਂਗੇ। ਪਰ ਜਦੋਂ ਅਸੀਂ ਤੁਹਾਨੂੰ ਬੰਨ ਲਿਆ ਤੇ ਫਿਰ ਤੁਸੀਂ ਕਿਸ ਦਾ ਨਾਮ ਜਪੋਗੇ, ਤੁਸੀਂ ਕਿਵੇਂ ਛੁੱਟੋਗੇ। ਏਦਾਂ ਹੀ ਸੰਗਤ ਜੀ ਭਗਤ ਧੰਨਾ ਜੀ ਹੁਣਾਂ ਨੇ ਨਾਮ ਜਪਿਆ ਹੈ। ਨਾਮ ਜਪ ਜਪ ਕੇ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ। ਕਰਹਿ ਪਾਰ ਸਿਮਰੈ ਔਰ ਧਾਮ। ਫਿਰ ਜਿਹੜੇ ਨਾਮ ਜਪ ਲੈਂਦੇ ਨੇ, ਫਿਰ ਉਹਨਾਂ ਦਾ ਭਾਰ ਉਤਾਰਾ ਹੋ ਜਾਂਦਾ ਹੈ, ਲੋਕ ਪ੍ਰਲੋਕ ਸਵਰਦਾ ਹੈ ਜੀ। ਜੋ ਸਤਿਗੁਰ ਉਪਦੇਸ਼ਨ ਕਰਿਓ। ਫਿਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਜੋ ਉਪਦੇਸ਼ ਬਖਸ਼ਿਆ ਹੈ, ਤਿਸ ਕੋ ਸਿਮਰ ਸਿੱਖ ਭਵ ਤਰਿਓ। ਤੇ ਗੁਰਸਿੱਖ ਸੰਗਤ ਜੀ ਸੰਸਾਰ ਸਮੁੰਦਰ ਤੋਂ ਪਾਰ ਹੁੰਦੇ ਗਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ 4 ਉਦਾਸੀਆਂ ਕੀਤੀਆਂ। 4 ਉਦਾਸੀਆਂ ਕਰਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਨਾਮ ਸਿਮਰਨ ਵਾਸਤੇ, ਸਤ ਸੰਗਤ ਕਰਨ ਵਾਸਤੇ, ਸੇਵਾ ਸਿਮਰਨ ਵਾਸਤੇ ਉਪਦੇਸ਼ ਦਿੱਤਾ ਹੈ ਕਿ ਭਾਈ ਸੰਸਾਰ ਸਮੁੰਦਰ ਤੋਂ ਜੇਕਰ ਤਰਨਾ ਹੈ, 84 ਲੱਖ ਜੂਨਾਂ ਤੋਂ ਬਚਣਾ ਹੈ ਤੇ ਨਾਮ ਸਿਮਰਨਾ ਪਵੇਗਾ। ਜੇਕਰ ਆਪਣੇ ਲੋਕ ਪਰਲੋਕ ਦੇ ਕਾਰਜ ਸਵਾਰਨੇ ਹਨ ਤੇ ਨਾਮ ਜਪਣਾ ਪਵੇਗਾ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਦਾ। ਕਿੰਨਾ ਦੇ ਕਾਰਜ ਸਵਾਰਦਾ ਹੈ ਵਾਹਿਗੁਰੂ, ਜਿਹੜੇ ਉਸ ਵਾਹਿਗੁਰੂ ਦਾ ਨਾਮ ਜਪਦੇ। ਦੁਨਿਆਵੀ ਕਾਰਜ ਵੀ ਔਰ ਪਰਮਾਰਥ ਦੇ ਜੋ ਪਰਲੋਕ ਦੇ ਕਾਰਜ ਹਨ ਉਹ ਵੀ ਸਵਰ ਜਾਂਦੇ ਨੇ। ਪਰ ਕਲਯੁਗ ਦਾ ਐਸਾ ਭਿਆਨਕ ਸਮਾਂ ਹੈ ਸੰਗਤ ਜੀ, ਅਸੀਂ ਸਾਰਾ ਜ਼ੋਰ ਇਸ ਲੋਕ ਦੇ ਕਾਰਜ ਸਵਾਰਨ ਤੇ ਲਾਇਆ ਹੋਇਆ ਹੈ।
ਸਾਡਾ ਇਹ ਵੀ ਕਾਰਜ ਹੋ ਜਾਵੇ, ਸਾਡਾ ਉਹ ਵੀ ਕਾਰਜ ਹੋ ਜਾਵੇ। ਦੁੱਧ ਪੁੱਤ ਦੀਆਂ ਦਾਤਾਂ ਤੋਂ ਲੈ ਕਰਕੇ ਦੇਸ਼ਾਂ ਵਿਦੇਸ਼ਾਂ ਤੱਕ ਸੰਗਤ ਜੀ ਸਾਡਾ ਜ਼ੋਰ ਲੱਗਿਆ ਹੈ ਕਿ ਸਾਡੇ ਕਾਰਜ ਕਿਵੇਂ ਨਾ ਕਿਵੇਂ ਸਵਰ ਜਾਣ। ਜੇਕਰ ਗੁਰੂ ਤੋਂ ਬੇਮੁਖ ਵੀ ਹੋਣਾ ਪਵੇ, ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਵੀ ਜਾਣਾ ਪਵੇ ਤੇ ਸਾਨੂੰ ਮਨਜ਼ੂਰ ਹੋ ਜਾਂਦਾ ਹੈ ਕਿ ਚਲੇ ਜਾਵਾਂਗੇ। ਪਰ ਇੱਕ ਵੇਰੀ ਸਾਡੀ ਵਿਦੇਸ਼ੀ ਯਾਤਰਾ ਸ਼ੁਰੂ ਹੋ ਜਾਵੇ, ਇੱਕ ਵੇਰੀ ਘਰ ਵਿੱਚ ਪੁੱਤ ਆ ਜਾਵੇ, ਕਿਤੇ ਜਾ ਕਰਕੇ ਸੰਗਤ ਜੀ ਸਾਨੂੰ ਸਿਰ ਝੁਕਾਉਣਾ ਪਵੇ, ਬੈਠਣਾ ਪਵੇ, ਗੁਰੂ ਦੇ ਦਰ ਤੋਂ ਬੇਮੁਖ ਹੋਣਾ ਪਵੇ ਤੇ ਸੰਗਤ ਜੀ ਅਸੀਂ ਐਸੇ ਅਪਰਾਧੀ ਹੋ ਚੁੱਕੇ ਹਾਂ, ਅਸੀਂ ਮਿੰਟ ਵੀ ਨਹੀਂ ਸੋਚਦੇ, ਪਲ ਵੀ ਨਹੀਂ ਸੋਚਦੇ ਕਿ ਗੁਰੂ ਦਾ ਕੀ ਹੁਕਮ ਹੈ। ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਸਾਰੇ ਪਰਿਵਾਰ ਨੂੰ ਨਿਸ਼ਾਵਰ ਕਰਕੇ ਬਾਹਰ ਕੇ ਸਾਡੇ ਉੱਪਰੋਂ ਮਹਾਰਾਜ ਜੀਆਂ ਨੇ ਇਹ ਬਖਸ਼ਿਸ਼ ਕੀਤੀ ਸੀ ਹਜੂਰ ਸਾਹਿਬ ਦੀ ਧਰਤੀ ਉੱਪਰ ਕਿ ਆਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅੱਜ ਗੁਰੂ ਗ੍ਰੰਥ ਸਾਹਿਬ ਜੀ ਤੇ ਕਿਤੇ ਦੂਰ ਰਹਿ ਗਏ ਨੇ, ਪਤਾ ਨਹੀਂ ਸੰਗਤ ਜੀ ਕਿੱਥੇ ਕਿੱਥੇ ਤੁਰੇ ਫਿਰਦੇ ਆ ਕਿ ਸਾਡੇ ਕਾਰਜ ਸਵਰ ਜਾਣ। ਸਾਰਾ ਜ਼ੋਰ ਸਾਡਾ ਦੁਨਿਆਵੀ ਕਾਰਜਾਂ ਨੂੰ ਸਵਾਰਨ ਵਾਸਤੇ ਲੱਗਿਆ ਹੋਇਆ ਹੈ ਤੇ ਜੋ ਪਰਲੋਕ ਦਾ ਹੈ, ਜਿੱਥੇ ਜਮਾਂ ਦੀ ਮਾਰ ਪੈਣੀ ਹੈ ਤੇ 84 ਲੱਖ ਜੂਨਾਂ ਦਾ ਗੇੜਾ ਦੁਬਾਰੇ ਸ਼ੁਰੂ ਹੋਣਾ ਹੈ, ਉਹਦੇ ਬਾਰੇ ਅੱਜ ਤੱਕ ਅਸੀਂ ਸੋਚਿਆ ਹੀ ਨਹੀਂ ਕਿ ਅਸੀਂ ਆਪਣਾ ਪਰਲੋਕ ਵੀ ਸਵਾਰ ਲਈਏ। ਪਰ ਮਹਾਰਾਜ ਬਖਸ਼ਿਸ਼ ਕਰਦੇ ਨੇ ਜੋ ਸਤਿਗੁਰ ਉਪਦੇਸ਼ਨ ਕਰੇ। ਪਰ ਐਸੇ ਵੀ ਗੁਰਸਿੱਖ ਸਨ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਉਪਦੇਸ਼ ਦਿੱਤਾ, ਤਿਸ ਕੋ ਸਿਮਰ ਸਿਖ ਭਵ ਤਰਿਓ। ਉਸ ਉਪਦੇਸ਼ ਨੂੰ ਅਪਣਾ ਕਰਕੇ ਗੁਰਸਿੱਖੀ ਦੇ ਰਸਤੇ ਤੇ ਚੱਲ ਕਰਕੇ ਗੁਰੂ ਕੇ ਸ਼ਬਦਾਂ ਨੂੰ ਸੁਣ ਕਰਕੇ ਮਨ ਕਰਕੇ ਗੁਰਸਿੱਖਾਂ ਨੇ ਆਪਣਾ ਲੋਕ ਪ੍ਰਲੋਕ ਸਵਾਰਿਆ ਹੈ। ਏਕ ਬਾਰ ਜੁਗ ਖਟ ਅਰਤੀਸ। ਗੁਰਸਿੱਖਾਂ ਨੇ ਪੁੱਛਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ, ਜੇਕਰ ਸਾਰੇ ਹੀ ਨਾਮ ਸਮਰੱਥ ਹਨ, ਸਾਰਿਆਂ ਨਾਮਾਂ ਵਿੱਚ ਇੱਕੋ ਜੀ ਸ਼ਕਤੀ ਹੈ, ਕੋਈ ਰਾਮ ਰਾਮ ਅੱਲਾ ਅੱਲਾ ਹਰੇ ਹਰੇ ਕ੍ਰਿਸ਼ਨ ਕ੍ਰਿਸ਼ਨ ਜਪੇ ਜਾਂ ਕੋਈ ਓਮ ਓਮ ਸੋਹੰ ਸੋਹੰ ਜਪੇ, ਤੇ ਫਿਰ ਮਹਾਰਾਜ ਵਾਹਿਗੁਰੂ ਸ਼ਬਦ ਵਿੱਚ ਕੀ ਵੱਖਰਾ ਹੈ, ਇਹਦੇ ਵਿੱਚ ਸ਼ਕਤੀ ਕਿਵੇਂ ਬਹੁਤੀ ਜ਼ਿਆਦੇ ਹੈ। ਤੇ ਮਹਾਰਾਜ ਜੀਆਂ ਨੇ ਉਪਦੇਸ਼ ਦਿੱਤਾ ਕਿ ਏਕ ਬਾਰ ਜੁਗ ਖਟ ਅਰਤੀਸ। ਮਹਾਰਾਜ ਕਹਿੰਦੇ ਇੱਕ ਵਾਰੀ ਭਾਈ ਏਦਾਂ ਹੋਇਆ ਕਿ ਖਟ ਹੁੰਦੇ ਨੇ 6 ਤੇ 30 ਹੁੰਦੇ ਨੇ 30, 30 ਤੇ 6 36, 36 ਯੁਗ ਇਸ ਪ੍ਰਕਾਰ ਬਤੀਤ ਹੋਏ ਨੇ। ਧੰਦੂਕਾਰ ਨਾ ਪਰਜਾ ਈਸ਼। ਕਿ ਧਰਤੀ ਦੇ ਉੱਪਰ 36 ਯੁਗ ਸੰਗਤ ਜੀ ਧਰਤੀ ਨਹੀਂ ਸੀ, ਕੇਵਲ ਪਾਣੀਓ ਹੀ ਪਾਣੀ ਸੀ। 84 ਲੱਖ ਜੂਨਾਂ ਵੀ ਨਹੀਂ ਸਨ, ਨਾ ਹੀ ਇੱਥੇ ਕੋਈ ਮੱਛੀ ਸੀ, ਨਾ ਹੀ ਇੱਥੇ ਕੋਈ ਸੰਗਤ ਜੀ ਹਾਥੀ ਸੀ, ਨਾ ਹੀ ਮਨੁੱਖ ਸੀ, ਨਾ ਹੀ ਕੀੜੀ ਸੀ, ਨਾ ਹੀ ਸੂਰਜ ਸੀ, ਨਾ ਹੀ ਚੰਦਰਮਾ ਸੀ। ਧੁੰਦੂਕਾਰ ਛਾਇਆ ਹੋਇਆ ਸੀ, ਜਿਵੇਂ ਪਾਣੀ ਵਾਲੇ ਥਾਂ ਦੇ ਉੱਪਰ ਸੰਗਤ ਜੀ ਧੁੰਦ ਇਕੱਠੀ ਹੋ ਜਾਂਦੀ ਹੈ, ਏਦਾਂ ਧੁੰਦ ਹੀ ਧੁੰਦ ਸੀ। ਸਾਰੇ ਸੰਸਾਰ ਤੇ ਪਾਣੀਓ ਹੀ ਪਾਣੀ ਸੀ, ਇੱਥੇ ਕੋਈ ਜੀਵਨ ਨਹੀਂ ਸੀ। ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ 36 ਯੁਗ ਧੰਦੂਕਾਰ ਨਾ ਪਰਜਾ ਈਸ। ਨਾ ਹੀ ਸੰਗਤ ਜੀ ਇੱਥੇ ਕੋਈ ਅਵਤਾਰ ਹੋਇਆ, ਨਾ ਹੀ ਕੋਈ ਭਗਵਾਨ ਹੋਇਆ, ਨਾ ਹੀ ਕੋਈ ਦੇਵੀ ਦੇਵਤਾ ਆਇਆ, ਨਾ ਹੀ ਕੋਈ ਪੀਰ ਪੈਗੰਬਰ ਗੁਰੂ ਸਾਹਿਬਾਨ, ਕੋਈ ਵੀ ਨਹੀਂ ਆਇਆ। ਏਦਾਂ ਧਰਤੀ ਦੇ ਉੱਪਰ ਪਾਣੀ ਹੀ ਪਾਣੀ ਔਰ ਧੁੰਦ ਹੀ ਧੁੰਦ ਛਾਈ ਸੀ। ਏਕੰਕਾਰ ਰਚਿਓ ਨਹੀਂ ਕੋਈ। ਇੱਕ ਅਕਾਲ ਪੁਰਖ ਵਾਹਿਗੁਰੂ ਨੇ ਕੋਈ ਵੀ 36 ਯੁਗ ਕਿਸੇ ਦੀ ਵੀ ਰਚਨਾ ਨਾ ਕੀਤੀ। ਸੁਨ ਸਮਾਦ ਰਹਿ ਸਭ ਕੋਈ। ਏਦਾਂ ਸੰਗਤ ਜੀ ਸੁਨ ਸਮਾਧੀ ਸੀਗੀ, ਬਸ ਸੁਨ ਹੀ ਸੁਨ ਸੀ। ਇੱਥੇ ਕੋਈ ਕਿਸੇ ਪ੍ਰਕਾਰ ਦਾ ਸ਼ੋਰ ਨਹੀਂ ਸੀ, ਕੋਈ ਬੋਲ ਨਹੀਂ ਸੀ, ਕੋਈ ਅਵਤਾਰ ਨਹੀਂ ਸੀ, ਕੋਈ ਮਨੁੱਖ, ਕੋਈ ਜੀਵ ਜੰਤੂ ਨਹੀਂ ਸਨ। ਨਹੀਂ ਆਕਾਰ ਕਛੂ ਪ੍ਰਗਟਾਇਓ। ਕਿਸੇ ਪ੍ਰਕਾਰ ਦਾ ਕੋਈ ਆਕਾਰ ਨਹੀਂ ਸੀ, ਕੋਈ ਸਰੀਰ ਨਹੀਂ ਸੀ। ਯੁਗ ਬਾਰ ਈਸ਼ ਇਮ ਭਾਇਓ। ਇੱਕ ਅਕਾਲ ਪੁਰਖ ਵਾਹਿਗੁਰੂ ਹੀ ਸਮਰੱਥ ਸੀ, ਜੋ ਏਦਾਂ ਅਕਾਲ ਪੁਰਖ ਵਾਹਿਗੁਰੂ
ਏਦਾਂ ਬਿਰਾਜਿਆ ਰਿਹਾ ਸੰਗਤ ਜੀ। ਹੋਰ ਇੱਥੇ ਸੰਸਾਰ ਵਿੱਚ ਕੋਈ ਵੀ ਨਹੀਂ ਸੀ। ਨੌ ਨੌ ਜੁਗਮ ਹੈ ਇੱਕ ਇੱਕ ਵਰਨੰ। ਫਿਰ ਐਸਾ ਸਮਾਂ ਆਇਆ ਸੰਗਤ ਜੀ, ਫਿਰ 9 ਯੁਗਾਂ ਬਾਅਦ ਇੱਕ ਸ਼ਬਦ ਉਚਾਰਿਆ ਜਾਂਦਾ ਸੀ। 9 ਯੁਗਾਂ ਬਾਅਦ ਵਾਹਵਾ ਉਚਾਰਿਆ ਗਿਆ। ਫਿਰ 9 ਯੁਗ ਬੀਤੇ ਤੇ ਹਾਹਾ। ਫਿਰ ਹੋਰ 9 ਯੁਗ ਬੀਤੇ ਸੰਗਤ ਜੀ। ਫਿਰ ਗੱਗਾ ਉਚਾਰਿਆ ਗਿਆ। ਫਿਰ ਹੋਰ 9 ਯੁਗ ਬੀਤੇ ਤੇ ਫਿਰ ਸੰਗਤ ਜੀ ਰਾਰਾ ਉਚਾਰਿਆ ਗਿਆ, ਜਿੱਥੋਂ ਵਾਹਿਗੁਰੂ ਪ੍ਰਾਪਤ ਹੋਇਆ ਹੈ। 36 ਯੁਗਾਂ ਦੇ ਬਾਅਦ 36 ਯੁਗਾਂ ਦੀ ਕਮਾਈ ਸੀ ਅਕਾਲ ਪੁਰਖ ਵਾਹਿਗੁਰੂ ਦੀ, ਜਿੱਥੋਂ ਵਾਹਿਗੁਰੂ ਸ਼ਬਦ ਪ੍ਰਗਟ ਹੋਇਆ ਹੈ। ਸ੍ਰੀ ਨਾਨਕ ਚਹੁਕੋ ਇੱਕ ਕਰਨੰ। ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸੰਗਤ ਜੀ ਆ ਕਰਕੇ ਇਸ ਸ਼ਬਦ ਨੂੰ ਇਕੱਠਾ ਕੀਤਾ ਹੈ, ਕਿਉਂਕਿ ਸਭ ਤੋਂ ਪਹਿਲੇ ਸਤਿਯੁਗ ਆਇਆ ਤੇ ਸਤਿਯੁਗ ਵਿੱਚ ਲੋਕ ਵਾਸਦੇਵ 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 ਜਪਦੇ ਸਨ। ਫਿਰ ਸੰਗਤ ਜੀ ਜਦੋਂ ਤ੍ਰੇਤਾ ਯੁਗ ਆਇਆ ਤੇ ਲੋਕਾਂ ਨੇ ਹਰ ਹਰ ਹਰੇ ਹਰੇ ਹਰ ਹਰ ਜਪਣਾ ਸ਼ੁਰੂ ਕਰ ਦਿੱਤਾ। ਫਿਰ ਸੰਗਤ ਜੀ ਜਦੋਂ ਦੁਆਪਰ ਯੁਗ ਆਇਆ ਤੇ ਲੋਕਾਂ ਨੇ ਗੋਬਿੰਦ 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 ਜਪਿਆ ਹੈ। ਫਿਰ ਕਲਯੁਗ ਦਾ ਜਦੋਂ ਸ਼ੁਰੂਆਤ ਹੋਈ ਤੇ ਲੋਕਾਂ ਨੇ ਰਾਮ 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 ਜਪਿਆ ਹੈ। ਸਤਿਯੁਗ ਤੋਂ ਵਾਹਵਾ ਅੱਖਰ ਲਿਆ, ਤ੍ਰੇਤੇ ਤੋਂ ਸੰਗਤ ਜੀ ਫਿਰ ਹਾਹਾ ਅੱਖਰ ਲਿਆ ਹੈ। ਦੁਆਪਰ ਤੋਂ ਗੱਗਾ ਤੇ ਕਲਯੁਗ ਤੋਂ ਰਾਰਾ ਅੱਖਰ ਲੈ ਕਰਕੇ ਜਦੋਂ ਵਾਹਿਗੁਰੂ ਸ਼ਬਦ ਗੁਰੂ ਨਾਨਕ ਮਹਾਰਾਜ ਜੀਆਂ ਨੇ ਇਕੱਠਾ ਕੀਤਾ ਹੈ। ਵਾਹਿਗੁਰੂ ਇੱਕ ਨਾਮ ਬਨਾਇਓ। ਮਹਾਰਾਜ ਜੀਆਂ ਨੇ ਚਾਰਾਂ ਯੁਗਾਂ ਦੀ ਜੋ ਸ਼ਕਤੀ ਹੈ ਉਹ ਇਸ ਪ੍ਰਕਾਰ ਮਹਾਰਾਜ ਜੀਆਂ ਨੇ ਵਾਹਿਗੁਰੂ ਸ਼ਬਦ ਦੇ ਵਿੱਚ ਇਕੱਠੀ ਕਰ ਦਿੱਤੀ ਹੈ। ਸਤਿਯੁਗ ਦੇ ਵਿੱਚ ਲੋਕ ਯੋਗ ਸਾਧਨਾ ਕਰਿਆ ਕਰਦੇ ਸਨ। ਤ੍ਰੇਤੇ ਵਿੱਚ ਜਗ ਸ਼ੁਰੂ ਹੋ ਗਏ ਸੰਗਤ ਜੀ। ਫਿਰ ਦੁਆਪਰ ਯੁਗ ਆਇਆ ਤੇ ਲੋਕਾਂ ਨੇ ਪੂਜਾ ਸ਼ੁਰੂ ਕਰ ਦਿੱਤੀ ਹੈ। ਕਲਯੁਗ ਦਾ ਸਮਾਂ ਆਇਆ ਤੇ ਨਾਮ ਜਪਣਾ ਸ਼ੁਰੂ ਕਰ ਦਿੱਤਾ। ਵਾਹਿਗੁਰੂ ਸ਼ਬਦ ਦੇ ਵਿੱਚ ਸੰਗਤ ਜੀ ਜਗ ਕਰਨ ਦੀ, ਯੋਗ ਕਰਨ ਦੀ, ਪੂਜਾ ਕਰਨ ਦੀ, ਨਾਮ ਜਪਣ ਦੀ ਸਾਰੀ ਜਿਹੜੀ ਸ਼ਕਤੀ ਹੈ ਉਹ ਇਹਨਾਂ ਚਾਰਾਂ ਅੱਖਰਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਲਿਖ ਦਿੱਤੀ, ਬਖਸ਼ਿਸ਼ ਕਰ ਦਿੱਤੀ। ਵਾਹਿਗੁਰੂ ਇੱਕ ਨਾਮ ਬਣਾਇਓ। ਚਾਰਾਂ ਯੁਗਾਂ ਦਾ ਨਾਮ ਇਕੱਠਾ ਕਰਕੇ ਵਾਹਿਗੁਰੂ ਸ਼ਬਦ ਪ੍ਰਗਟ ਕੀਤਾ ਹੈ। ਸੋਨ ਸਭ ਸੰਤਨ ਕੇ ਮਨ ਭਾਇਓ। ਤੇ ਜਦੋਂ ਸੰਤਾਂ ਮਹਾਂਪੁਰਖਾਂ ਨੇ ਇਹ ਸ਼ਬਦ ਜਪਣਾ ਸ਼ੁਰੂ ਕੀਤਾ ਤੇ ਬੜੀ ਛੇਤੀ ਪ੍ਰਾਪਤੀ ਹੋਈ। ਕਿਤੇ ਸੰਗਤ ਜੀ ਕਿੰਨੇ ਕਿੰਨੇ ਸਾਲ ਜੰਗਲਾਂ ਦੇ ਵਿੱਚ ਪੁੱਠਿਆਂ ਲਟਕਦਿਆਂ ਨੂੰ, ਧੂਣਿਆਂ ਤਪਾਉਂਦਿਆਂ ਨੂੰ ਘਰ-ਬਾਰ ਛੱਡ ਕੇ ਗਿਆ ਨੂੰ ਬਤੀਤ ਹੋ ਜਾਂਦੇ ਸਨ, ਪਰ ਉਹ ਸੁੱਖ ਪ੍ਰਾਪਤ ਨਹੀਂ ਹੁੰਦਾ ਸੀ, ਮਨ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਸੀ। ਪਰ ਜਦੋਂ ਵਾਹਿਗੁਰੂ ਵਾਹਿਗੁਰੂ ਜਪਿਆ ਹੈ ਫਿਰ ਸੰਗਤ ਜੀ ਮਨ ਤਨ ਸੀਤਲ ਹੋਇਆ ਹੈ। ਏਦਾਂ ਜੋ ਹਿਰਦੇ ਦੀ ਜਲਨ ਸੀ, ਵਿਸ਼ੇ ਵਿਕਾਰਾਂ ਦਾ ਸੰਗਤ ਜੀ ਪ੍ਰਭਾਵ ਸੀ, ਸਾਰਾ ਹੀ ਮਿਟਿਆ ਹੈ। ਵਾਹਿਗੁਰੂ ਸ਼ਬਦ ਐਸਾ ਸਮਰੱਥ ਹੈ, ਸਭ ਸੰਤਨ ਕੇ ਮਨ ਪਾਇਓ। ਸਾਰਿਆਂ ਹੀ ਸੰਤਾਂ ਮਹਾਂਪੁਰਖਾਂ ਨੇ, ਨਾਮ ਜਪਣ ਵਾਲੀਆਂ ਰੂਹਾਂ ਨੇ ਜਦੋਂ ਵਾਹਿਗੁਰੂ ਵਾਹਿਗੁਰੂ ਜਪਿਆ ਹੈ ਤੇ ਮਨ ਨੂੰ ਬੜਾ ਚੰਗਾ ਲੱਗਿਆ ਹੈ। ਨਿਜ ਸਿੱਖਨ ਕੋ ਕਰ ਉਪਦੇਸ਼। ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ ਤੇ ਇੱਕ ਪੰਥ ਦੀ ਸ਼ੁਰੂਆਤ ਕੀਤੀ ਔਰ ਵਾਹਿਗੁਰੂ ਵਾਹਿਗੁਰੂ ਜਪਣਾ ਕਹਾਇਆ ਹੈ। ਸਿਮਰਤ ਕਾਟੇ ਬੰਦ ਕਲੇਸ਼। ਤੇ ਗੁਰਸਿੱਖਾਂ ਨੇ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ ਬਖਸ਼ਿਸ਼ ਕੀਤਾ। ਵਾਹਿਗੁਰੂ ਸ਼ਬਦ ਸੁਣ ਕਰਕੇ, ਨਾਮ ਜਪ ਜਪ ਕੇ, ਸਿਮਰ ਸਿਮਰ ਕੇ ਕਾਟੇ ਬੰਦ ਕਲੇਸ਼। ਸਿਮਰਤ ਕਾਟੇ ਬੰਦ ਕਲੇਸ਼। ਨਾਮ ਸਿਮਰ ਸਿਮਰ ਕੇ ਸਾਰੇ ਜਿਹੜੇ ਜਨਮਾਂ ਮਰਨਾਂ ਦੇ ਬੰਧਨ ਸਨ, ਦੁੱਖ ਕਲੇਸ਼ ਰੋਗ ਸੋਗ ਸਭ ਕੁਝ ਮੇਟਣ ਵਿੱਚ ਸਮਰੱਥ ਹੈ। ਸੰਗਤ ਜੀ ਕੋਈ ਦਾਤ ਪ੍ਰਾਪਤ ਕਰਨੀ ਹੋਵੇ ਤੇ ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ। ਸਵਾ ਘੰਟਾ ਅੰਮ੍ਰਿਤ ਵੇਲੇ ਤੇ ਸਵਾ ਘੰਟਾ ਸੰਧਿਆ ਵੇਲੇ ਸ਼ਾਮ ਨੂੰ, ਦੋਨੇ ਟਾਈਮ ਅਰਦਾਸ ਕਰੀਏ ਨਾ ਵਾਹਿਗੁਰੂ ਵਾਹਿਗੁਰੂ ਨੂੰ ਜਪ ਕਰਕੇ। ਫਿਰ ਸੰਗਤ ਜੀ ਜੋ ਜਨ ਤੁਮਰੇ ਭਗਤ ਕਰਨ ਤੇ ਤਿਨਕੇ ਕਾਜ ਸਵਾਰਦਾ। ਸਾਰੇ ਕਾਰਜ ਸਵਰ ਜਾਂਦੇ ਨੇ, ਭਾਵੇਂ ਇਸ ਲੋਕ ਦੇ ਹੋਣ ਤੇ ਭਾਵੇਂ ਪਰਲੋਕ ਦੇ ਹੋਣ।
ਐਸਾ ਇਹ ਵਾਹਿਗੁਰੂ ਨਾਮ ਸਮਰੱਥ ਹੈ। ਅਬ ਜੋ ਇਕ ਮਨ ਸਿਮਰਿ ਨਾਮੋ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਫੇਰ ਭਾਈ ਫਿਰਨੇ ਭਾਈ ਬਹਿਲ ਤੇ ਭਾਈ ਜੇਠੇ ਨੂੰ ਕਹਿਣ ਲੱਗੇ, ਭਾਈ ਜੇਕਰ ਅਬ ਕੋ ਇੱਕ ਨਾਮ ਸਿਮਰ ਹੈ ਨਾਮ। ਮਹਾਰਾਜ ਕਹਿੰਦੇ ਭਾਈ ਹੁਣ ਵੀ ਜਿਹੜਾ ਵਾਹਿਗੁਰੂ ਵਾਹਿਗੁਰੂ ਨੂੰ ਜਪ ਲਵੇ ਤੇ ਮਹਾਰਾਜ ਕਹਿੰਦੇ ਭਾਈ ਉਹਦਾ ਲੋਕ ਪ੍ਰਲੋਕ ਸਵਰ ਜਾਵੇਗਾ, ਉਹਦੇ ਮਨ ਦੇ ਵਿੱਚ ਸ਼ਾਂਤੀ ਪੈਦਾ ਹੋਵੇਗੀ, ਰੋਗਾਂ ਸੋਗਾਂ ਦਾ ਨਾਸ਼ ਹੋ ਜਾਵੇਗਾ। ਅਬ ਜੋ ਇੱਕ ਮਨ ਸਿਮਰ ਹੈ ਨਾਮ, ਇੱਕ ਮਨ ਇੱਕ ਚਿੱਤ ਹੋ ਕਰਕੇ ਸਾਰਿਆਂ ਦਰਾਂ ਦਰਵਾਜ਼ਿਆਂ ਨੂੰ ਛੱਡ ਕਰਕੇ ਕੇਵਲ ਪੂਰੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕਰਕੇ ਵਾਹਿਗੁਰੂ ਵਾਹਿਗੁਰੂ ਜਪੇ ਨਾ ਰਸਨਾ ਰਾਹੀਂ ਤੇ ਮਹਾਰਾਜ ਕਹਿੰਦੇ ਸਾਰੀਆਂ ਦਾਤਾਂ ਦੀ ਬਖਸ਼ਿਸ਼ ਹੁੰਦੀ ਹੈ। ਵਾਹਿਗੁਰੂ ਪੂਰਹਿ ਔਰ ਕਾਮੂ। ਕਿਉਂਕਿ ਵਾਹਿਗੁਰੂ ਜਿਹੜਾ ਸ਼ਬਦ ਹੈ ਇਹ ਕਾਮਨਾਵਾਂ ਪੂਰਨ ਕਰਨ ਵਾਲਾ ਹੈ, ਸਾਰੀਆਂ ਇਛਾਵਾਂ ਨੂੰ ਪੂਰਨ ਕਰਨ ਵਾਲਾ ਹੈ ਜੀ। ਅੰਤ ਸਮੇਂ ਗਤ ਲਹੈ ਸੁਖਾਰੇ। ਇਹ ਜਿਹੜੇ ਲੋਕ ਜਿਉਂਦੇ ਜੀ ਵਾਹਿਗੁਰੂ ਵਾਹਿਗੁਰੂ ਜਪਦੇ ਰਹਿੰਦੇ ਨੇ, ਜਿਉਂਦੇ ਜੀ ਵੀ ਸੁਖ ਪਾਉਂਦੇ ਨੇ ਤੇ ਅੰਤ ਸਮੇਂ ਗਤ ਲਹੈ ਸੁਖਾਰੇ। ਤੇ ਜਦੋਂ ਅੰਤਲਾ ਸਮਾਂ ਆਉਂਦਾ ਹੈ ਬੜੇ ਸੌਖੇ ਹੀ ਸਵਾਸ ਨਿਕਲਦੇ ਨੇ, ਹਸਪਤਾਲਾਂ ਦਾ ਰੋਗਾਂ ਸੋਗਾਂ ਦਾ ਨਰਕ ਨਹੀਂ ਭੋਗਣਾ ਪੈਂਦਾ। ਅੰਤਲਾ ਸਮਾਂ ਵੀ ਸੌਖਾ ਹੋ ਜਾਂਦਾ ਹੈ ਔਰ ਜੀਵਨ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ, ਜੀਵਨ ਵੀ ਸੌਖਾ ਇਹਦਾ ਬਤੀਤ ਹੁੰਦਾ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਪੂਰ ਹੈ ਔਰ ਕਾਮੂ। ਵਾਹਿਗੁਰੂ ਸ਼ਬਦ ਸਮਰੱਥ ਹੈ ਔਰ ਹਿਰਦੇ ਦੀਆਂ ਦਿਲ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ ਔਰ ਅੰਤ ਸਮੇਂ ਗਤ ਲਹੈ ਸੁਖਾਰੇ। ਜਿਹੜੇ ਲੋਕ ਆਪਣੇ ਜੀਵਨ ਅੰਦਰ ਵਾਹਿਗੁਰੂ ਦਾ ਸਹਾਰਾ ਲੈ ਕਰਕੇ ਵਾਹਿਗੁਰੂ ਵਾਹਿਗੁਰੂ ਜਪਦੇ ਰਹਿੰਦੇ ਨੇ ਭਾਈ, ਅੰਤਲੇ ਸਮੇਂ ਉਹਨਾਂ ਦਾ ਲੋਕ ਪ੍ਰਲੋਕ ਸੌਖਾ ਹੁੰਦਾ ਹੈ, ਜਮਾਂ ਦੀ ਮਾਰ ਤੋਂ ਬਚਦੇ ਹਨ। ਜਨਮ ਮਰਨ ਕੇ ਬੰਧ ਨਿਵਾਰੇ। ਫਿਰ ਭਾਈ ਵਾਹਿਗੁਰੂ ਸ਼ਬਦ ਵਿੱਚ ਐਸੀ ਸ਼ਕਤੀ ਹੈ ਜੋ ਜਨਮਾਂ ਮਰਨਾਂ ਦੇ ਬੰਧਨ ਹਨ। 84 ਲੱਖ ਜੂਨਾਂ ਦਾ ਗੇੜਾ ਹੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਕਿ ਕਿੰਨੇ ਹੀ ਜਨਮ ਮੱਛੀਆਂ ਸੱਪ ਬਣ ਕੇ ਬਤੀਤ ਕਰ ਦਿੱਤੇ, ਕਿੰਨੇ ਜਨਮ ਕੀੜੀਆਂ ਤੇ ਹਾਥੀ ਬਣ ਕੇ ਲੰਘਾ ਦਿੱਤੇ, ਕਿੰਨੇ ਜਨਮਾਂ ਵਿੱਚ ਅਸੀਂ ਪੌਦੇ ਤੇ ਪਹਾੜ ਬਣੇ ਹਾਂ। ਮਹਾਰਾਜ ਕਹਿੰਦੇ ਐਸੇ ਜੋ ਜਨਮਾਂ ਮਰਨਾਂ ਦੀ ਪੀੜ ਹੈ ਭਾਈ, ਇਹਨਾਂ ਬੰਧਨਾਂ ਨੂੰ ਕੱਟਣ ਦੇ ਵਿੱਚ ਕੁਹਾੜੇ ਵਰਗਾ ਹੈ ਵਾਹਿਗੁਰੂ ਸ਼ਬਦ। ਇਹਨਾਂ ਜਨਮਾਂ ਮਰਨਾਂ ਦੇ ਬੰਧਨਾਂ ਨੂੰ ਕੱਟਣ ਵਾਸਤੇ ਵਾਹਿਗੁਰੂ ਸ਼ਬਦ ਦੀ ਐਸੀ ਤੇਜ ਧਾਰ ਕੁਹਾੜੇ ਵਰਗੀ ਹੈ। ਜਿਵੇਂ ਕੁਹਾੜੇ ਨੂੰ ਮਾਰੀਏ ਸੰਗਤ ਜੀ, ਵੱਡਿਆਂ ਵੱਡਿਆਂ ਰੁੱਖਾਂ ਨੂੰ ਕੁੱਟ ਕੱਟ ਕੇ ਵੱਢ ਕੇ ਸੁੱਟ ਦਿੰਦਾ ਹੈ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਜਨਮ ਮਰਨ ਕੇ ਬੰਧ ਨਿਵਾਰੇ। ਜਨਮਾਂ ਮਰਨਾਂ ਦੇ ਜਿਹੜੇ ਬੰਧਨ ਹਨ ਉਹਨਾਂ ਨੂੰ ਨਿਵਾਰਨ ਵਿੱਚ ਤੋੜਨ ਵਿੱਚ ਸਮਰੱਥ ਹੈ। ਜਾਂਤੇ ਵਾਹਿਗੁਰੂ ਤੁਮ ਸਿਮਰੋ। ਮਹਾਰਾਜ ਕਹਿੰਦੇ ਭਾਈ ਜਿੱਥੇ ਸੰਸਾਰ ਦੇ ਤੰਤਰ ਮੰਤਰ ਜੰਤਰ ਕੰਮ ਨਹੀਂ ਕਰਦੇ ਨਾ, ਉਥੇ ਫਿਰ ਵਾਹਿਗੁਰੂ ਸ਼ਬਦ ਨੂੰ ਜਪਣਾ ਚਾਹੀਦਾ ਹੈ। ਜਿੱਥੇ ਸੰਗਤ ਜੀ ਜਾਗੋ ਮੁਸ਼ਕਲ ਆਤਮ ਲੈ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਖ ਤੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਓ। ਜੀਵਨ ਦੇ ਵਿੱਚ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਵਣ, ਆਪਣੇ ਸਾਖ ਸੰਬੰਧੀ ਰਿਸ਼ਤੇਦਾਰ ਵੀ ਮੁਖ ਮੋੜ ਜਾਵਣ, ਮਾਇਆ ਦੀ ਪ੍ਰਾਪਤੀ ਨਾ ਹੋਵੇ, ਰੋਗਾਂ ਸੋਗਾਂ ਨੇ ਘੇਰਾ ਪਾਇਆ ਹੋਵੇ, ਜਿੱਥੇ ਹਨੇਰਾ ਹੀ ਹਨੇਰਾ ਦਿਸੇ ਤੇ ਫਿਰ ਸੰਗਤ ਜੀ ਹਨੇਰੇ ਨੂੰ ਕੱਟਣ ਵਾਸਤੇ ਵਾਹਿਗੁਰੂ ਸ਼ਬਦ ਸੂਰਜ ਵਰਗਾ ਹੈ। ਵਾਹਿਗੁਰੂ ਸ਼ਬਦ ਜਪਿਆ ਜਾਵੇ ਤੇ ਦੁੱਖਾਂ ਦੇ ਹਨੇਰੇ ਦੇ ਵਿੱਚੋਂ ਨਿਕਲ ਕੇ ਮਨੁੱਖ ਸੁੱਖਾਂ ਦੇ ਚਾਨਣ ਵਿੱਚ ਆ ਬੈਠਦਾ ਹੈ। ਜਾਂ ਤੇ ਵਾਹਿਗੁਰੂ ਤੁਮ ਸਿਮਰ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਫਿਰਨਾ ਜੀ, ਭਾਈ ਬਹਿਲ, ਭਾਈ ਜੇਠਾ ਜੀ, ਇਸ ਲਈ ਤੁਸੀਂ ਵੀ ਵਾਹਿਗੁਰੂ ਵਾਹਿਗੁਰੂ ਨੂੰ ਸਿਮਰਨਾ ਕਰੋ ਜੀ। ਨਿਸ ਦਿਨ ਹਿਰਦੈ ਬਦਨ ਤੇਰਾ ਰੂ। ਤੇ ਨਿਸ ਦਿਨ ਰਾਤ, ਇਹ ਨਹੀਂ ਕਿ ਸਵੇਰੇ ਸ਼ਾਮ ਨੂੰ ਦੁਪਹਿਰੇ ਜਾਂ ਰਾਤ ਨੂੰ। ਸੌਖਾ ਸ਼ਬਦ ਹੈ
ਤੇ ਜੇਕਰ ਬੋਲੇ ਬਿਨਾ ਰਿਹਾ ਨਹੀਂ ਜਾਂਦਾ ਤੇ ਫਿਰ ਵਾਹਿਗੁਰੂ ਵਾਹਿਗੁਰੂ ਹੀ ਜਪ ਲਵੋ। ਆਉਂਦੇ ਜਾਂਦੇ ਤੁਰਦੇ ਫਿਰਦੇ ਕੰਮ ਧੰਦੇ ਕਰਦੇ ਕਿੰਨਾ ਸਮਾਂ ਹੁੰਦਾ ਹੈ। ਗੱਲਾਂ ਤੇ ਮਨੁੱਖ ਸੰਸਾਰੀ ਦੁਨਿਆਵੀ ਪਰਿਵਾਰ ਵਿੱਚ ਬੈਠ ਕਰਕੇ ਸੰਗਤ ਜੀ ਘੰਟਾ 2 ਘੰਟੇ ਕਰਦਾ ਹੋਵੇਗਾ ਤੇ 24 ਘੰਟਿਆਂ ਦੇ ਵਿੱਚ ਕਿੰਨੇ ਘੰਟੇ ਹੁੰਦੇ ਨੇ ਜਦੋਂ ਅਸੀਂ ਮੂੰਹ ਦੇ ਰਾਹੀਂ ਹੋਰ ਹੀ ਸੰਗਤ ਜੀ ਅਵਾ ਤਵਾ ਬੋਲੀਏ ਜਾਂ ਮੁੱਖ ਨੂੰ ਚੁੱਪ ਕਰਕੇ ਮੂੰਹ ਕਰਕੇ ਤੁਰੇ ਫਿਰਦੇ ਬੈਠੇ ਰਹਿੰਦੇ ਹਾਂ। ਤੇ ਮਹਾਰਾਜ ਕਹਿੰਦੇ ਫਿਰ ਭਾਈ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ। ਇਹ ਕਿੰਨਾ ਔਖਾ ਕੰਮ ਹੈ। ਜਾਂ ਤੇ ਵਾਹਿਗੁਰੂ ਤੁਮ ਸਿਮਰੋ ਨਿਸ ਦਿਨ ਹਿਰਦੈ ਬਦਨ ਤੇ ਰਹੋ। ਨਿਸ ਦਿਨ ਰਾਤ ਨੂੰ ਸੌਂਦਿਆਂ ਸਮੇਂ ਉਹ ਦਿਨੇ ਸਵੇਰੇ ਉੱਠਦਿਆਂ ਸਾਰ ਹੀ ਫਿਰ ਸਾਰਾ ਦਿਨ ਜਦੋਂ ਵੀ ਤੁਸੀਂ ਜਾਗਦੇ ਹੋ ਤੇ ਵਾਹਿਗੁਰੂ ਵਾਹਿਗੁਰੂ ਨੂੰ ਹੀ ਰਰਨਾ ਭਾਵ ਜਪਣਾ ਕਰੋ ਜੀ। ਸਤਿਗੁਰ ਤੁਮਰੇ ਹੋਏ ਸਹਾਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਫਿਰ ਦਸੇ ਪਾਤਸ਼ਾਹੀਆਂ ਤੁਹਾਡੇ ਕਾਰਜਾਂ ਵਿੱਚ ਆ ਕੇ ਸਹਾਇਤਾ ਕਰਨਗੀ। ਦਸੇ ਹੀ ਪਾਤਸ਼ਾਹੀਆਂ ਗੁਰੂ ਨਾਨਕ ਦੇਵ ਜੀਆਂ ਤੋਂ ਲੈ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰ ਕਾਰਜ ਦੇ ਵਿੱਚ ਤੁਹਾਡੀ ਸਹਾਇਤਾ ਕਰਨਗੇ। ਐਸਾ ਕੋਈ ਕਾਰਜ ਨਹੀਂ। ਸਾਡੀਆਂ ਤੇ ਸੰਗਤ ਜੀ ਮੰਗਾਂ ਹੀ ਬੜੀਆਂ ਛੋਟੀਆਂ ਨੇ। ਇਹ ਤੇ ਗੁਰੂ ਘਰ ਦੀ ਇੱਕ ਕਿਣਕੇ ਵਿੱਚੋਂ ਪ੍ਰਾਪਤ ਹੋ ਸਕਦੀਆਂ ਨੇ ਜਿਹੜੀਆਂ ਸਾਡੀਆਂ ਮੰਗਾਂ ਨੇ। ਕਿਉਂਕਿ ਪ੍ਰਾਤਨ ਗੁਰਸਿੱਖਾਂ ਦੀਆਂ ਮੰਗਾਂ ਕੀ ਸਨ? ਮਹਾਰਾਜ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਦੀ ਦਾਤ ਪ੍ਰਾਪਤ ਹੋਵੇ, ਅੰਮ੍ਰਿਤ ਦੀ ਦਾਤ ਪ੍ਰਾਪਤ ਹੋਵੇ, ਸਾਡਾ ਪਰਲੋਕ ਸਵਰ ਜਾਵੇ। ਸਾਡੇ ਜਿਹੜੇ ਬੱਚੇ ਪੁੱਤ ਪੋਤਰੇ ਹਨ ਮਹਾਰਾਜ ਗੁਰਸਿੱਖੀ ਦੇ ਵਿੱਚ ਰਹਿ ਕਰਕੇ ਜੀਵਨ ਬਤੀਤ ਕਰਨ। ਜਰਾ ਕੁ ਧਿਆਨ ਮਾਰੀਏ, ਕਦੇ ਸੋਚਿਆ ਹੈ, ਕਦੇ ਆ ਕੇ ਗੁਰੂ ਨੂੰ ਅਰਦਾਸ ਕੀਤੀ ਹੈ ਕਿ ਸਾਡੇ ਪੁੱਤ ਪੋਤਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਓ, ਗੁਰਸਿੱਖੀ ਦੀ ਦਾਤ ਬਖਸ਼ਿਓ। ਉਹ ਕੌਮ ਦੀ ਖਾਤਰ ਜੂਝ ਮਰਨ, ਉਹ ਕੌਮ ਦੀ ਖਾਤਰ ਕੋਈ ਸੇਵਾ ਕਰ ਜਾਵਣ। ਕਦੇ ਨਹੀਂ ਸੰਗਤ ਜੀ ਐਸੀ ਅਰਦਾਸ ਹੋਈ। ਗੁਰਸਿੱਖੀ ਦੀ ਦਾਤ ਕਦੇ ਨਹੀਂ ਮੰਗੀ। ਸਾਡੀਆਂ ਤੇ ਦਾਤਾਂ ਹੀ ਬੜੀਆਂ ਛੋਟੀਆਂ ਮੰਗਾਂ ਹੀ ਬੜੀਆਂ ਛੋਟੀਆਂ ਨੇ। ਪਰ ਇਹ ਤੇ ਸੰਗਤ ਜੀ ਪਲ ਵਿੱਚ ਪ੍ਰਾਪਤ ਹੋ ਸਕਦੀਆਂ ਨੇ। ਕਾਹਦੇ ਨਾਲ? ਸਤਿਗੁਰ ਤੁਮਰੇ ਹੋਏ ਸਹਾਈ। ਸਤਿਗੁਰੂ ਜੀ ਤੁਹਾਡੇ ਹਰ ਸਮੇਂ ਸਹਾਈ ਹੋਵਣਗੇ, ਹਰ ਕਾਰਜ ਵਿੱਚ ਸਹਾਇਤਾ ਕਰਨਗੇ। ਕਿਵੇਂ? ਜਦੋਂ ਜਾਂ ਤੇ ਵਾਹਿਗੁਰੂ ਤੁਮ ਸਿਮਰੋ, ਜਾਂ ਤੇ ਜਿਸ ਕਰਕੇ ਮਹਾਰਾਜ ਕਹਿੰਦੇ ਭਾਈ ਜਦੋਂ ਵਾਹਿਗੁਰੂ ਨੂੰ ਧਿਆਨਾ ਕਰੋਗੇ ਨਾ ਤੇ ਮਹਾਰਾਜ ਕਹਿੰਦੇ ਸਤਿਗੁਰ ਤੁਮਰੇ ਹੋਏ ਸਹਾਈ। ਦਸੇ ਪਾਤਸ਼ਾਹੀਆਂ ਸਹਾਈ ਹੋਵਣਗੀਆਂ। ਦੁਬਦਾ ਸਗਰੀ ਦੇਤ ਮਿਟਾਏ। ਤੇ ਮਨ ਦੇ ਵਿੱਚ ਜੋ ਦੁਬਦਾ ਹੈ, ਸਰੀਰਕ ਰੋਗ ਸੋਗ ਹੈ, ਮਹਾਰਾਜ ਕਹਿੰਦੇ ਦੁੱਖ ਕਲੇਸ਼ ਹਨ, ਸਗਰੀ ਦੇਤ ਮਿਟਾਏ। ਐਸੀ ਸਮਰੱਥਾ ਹੈ ਸੰਗਤ ਜੀ ਇਸ ਵਾਹਿਗੁਰੂ ਨਾਮ ਵਿੱਚ, ਐਸੀ ਸ਼ਕਤੀ ਹੈ। ਸਾਰੀਆਂ ਜੋ ਦਵੈਸ਼ ਭਾਵਨਾ ਦੁੱਧਾ ਦੁਸ਼ਮਣੀਆਂ ਆਦਿਕ ਹਨ, ਵਿਸ਼ੇ ਵਕਾਰ ਹਨ, ਰੋਗ ਸੋਗ ਨੇ, ਸਾਰਿਆਂ ਨੂੰ ਮਿਟਾਉਣ ਵਿੱਚ ਸਮਰੱਥ ਹੈ। ਅੰਤ ਸਮੇਂ ਸਭ ਬੰਦ ਨਿਕੰਦ। ਇਹਦਾ ਅੰਤਲੇ ਸਮੇਂ ਜੋ ਜਨਮਾਂ ਮਰਨਾ ਦੇ ਜਮਾਂ ਦੇ ਜੋ ਬੰਧਨ ਹਨ, ਜਦੋਂ ਜਮਾਂ ਨੇ ਬੰਨ ਕੇ ਲਿਜਾਣਾ ਹੈ ਜਿੰਦ ਨਿਮਾਣੀ ਨੂੰ, ਤੇ ਮਹਾਰਾਜ ਕਹਿੰਦੇ ਅੰਤ ਸਮੇਂ ਸਭ ਬੰਧ ਨਿਕੰਦ। ਅੰਤਲੇ ਸਮੇਂ ਸਾਰਿਆਂ ਬੰਧਨਾਂ ਨੂੰ ਨਿਕੰਦਨ ਭਾਵ ਕੱਟਣ ਵਿੱਚ ਸਮਰੱਥ ਹੈ। ਹੋਵ ਸੱਚ ਦਾ ਆਨੰਦ। ਮਹਾਰਾਜ ਕਹਿੰਦੇ ਇਸ ਲਈ ਭਾਈ ਜਦੋਂ ਵੀ ਸਮਾਂ ਲੱਗੇ ਉਦੋਂ ਹੀ ਵਾਹਿਗੁਰੂ ਨਾਮ ਵਿੱਚ ਲੀਨ ਹੋ ਜਾਵੇ। ਉਦੋਂ ਹੀ ਏਦਾਂ ਮਨ ਚਿਤ ਬਿਰਤੀ ਇਕਾਗਰ ਕਰਕੇ ਕੱਲੇ ਸ਼ਬਦ ਦੇ ਨਾਲ ਜਦੋਂ ਅੰਦਰ ਨੂੰ ਸਵਾਸ ਖਿੱਚਣਾ ਹੈ ਤੇ ਵਾਹੇ ਬੋਲਣਾ ਹੈ, ਸਵਾਸ ਛੱਡਣਾ ਹੈ ਤੇ ਗੁਰੂ ਬੋਲਣਾ ਹੈ। ਵਾਹਿਗੁਰੂ ਵਾਹਿਗੁਰੂ ਇਹਦਾ ਨਾਮ ਜਪ ਕੇ ਮਹਾਰਾਜ ਕਹਿੰਦੇ ਭਾਈ ਆਪਣੇ ਇੱਕ ਸਵਾਸ ਨੂੰ ਸਫਲਾ ਕਰਨਾ ਹੈ। ਸੁਨ ਸਿੱਖਨ ਭ੍ਰਮ ਕੋ ਨਿਰਵਾਰ। ਇਹਦਾ ਸੰਗਤ ਜੀ ਭਾਈ ਫਿਰਨਾ ਭਾਈ ਬਹਿਲ ਤੇ ਭਾਈ ਜੇਠਾ ਨੇ ਆ ਕੇ ਬੇਨਤੀ ਕੀਤੀ ਸੀ ਮਹਾਰਾਜ ਕਿਹੜਾ ਨਾਮ ਜਪੀਏ, ਸੰਸਾਰ ਦੇ ਨਾਮ ਬਹੁਤ ਨੇ,
ਕੋਈ ਰਾਮ ਰਾਮ ਅੱਲਾ ਅੱਲਾ ਜਪ ਰਿਹਾ ਹੈ, ਕੋਈ ਹਰੇ ਕ੍ਰਿਸ਼ਨ ਜਪਦਾ ਹੈ, ਕੋਈ ਓਮ ਕੋਈ ਸੋਹਮ ਜਪਦਾ ਹੈ। ਤੇ ਮਹਾਰਾਜ ਦੱਸੋ ਕਿਹੜਾ ਨਾਮ ਜਪੀਏ? ਮਹਾਰਾਜ ਕਹਿੰਦੇ ਭਾਈ ਨਾਮ ਸਾਰੇ ਪਰਮੇਸ਼ਰ ਦੇ ਹਨ, ਸਮਰੱਥ ਨੇ ਮਨੁੱਖ ਨੂੰ ਭਵਜਲ ਸੰਸਾਰ ਤੋਂ ਤਾਰਨ ਵਿੱਚ। ਪਰ ਜਿਹੜੀ 36 ਯੁਗਾਂ ਦੀ ਭਗਤੀ ਹੈ ਤੇ 9 ਯੁਗਾਂ ਬਾਅਦ ਇੱਕ ਸ਼ਬਦ ਪ੍ਰਾਪਤ ਹੋ ਕਰਕੇ 9 ਚੌਕਾ 36 ਤੇ 4 ਅੱਖਰ ਵਾਹਿਗੁਰੂ ਸ਼ਬਦ ਦੇ ਬਣੇ ਨੇ ਨਾ 36 ਯੁਗਾਂ ਦੇ ਵਿੱਚ, ਉਹ ਵਾਹਿਗੁਰੂ ਸ਼ਬਦ ਬੜਾ ਸਮਰੱਥ ਹੈ। ਅੰਤ ਸਮੇਂ ਸਭ ਬੰਧ ਨੇ ਕੰਧ, ਅੰਤਲੇ ਸਮੇਂ ਤੁਹਾਡੇ ਬੰਧਨਾਂ ਨੂੰ ਕੱਟਣ ਵਿੱਚ ਸਮਰੱਥ ਹੈ। ਏਦਾਂ ਬਚਨ ਜਦੋਂ ਗੁਰਸਿੱਖਾਂ ਨੇ ਸੁਣੇ ਤੇ ਸਿੱਖਨ ਭ੍ਰਮ ਕੋ ਨਿਰਵਾਰ। ਸਾਰਿਆਂ ਗੁਰਸਿੱਖਾਂ ਨੇ ਸੁਣ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਬਚਨ ਆਪਣੇ ਮਨ ਦੇ ਵਿੱਚ ਜੋ ਭਰਮ ਭੁਲੇਖੇ ਸਨ ਸਾਰੇ ਨਿਵਾਰਨ ਕੀਤੇ ਨੇ। ਵਾਹਿਗੁਰੂ ਸਿਮਰਿਓ ਕਰਤਾਰ। ਫਿਰ ਸੰਗਤ ਜੀ ਉਸ ਵਾਹਿਗੁਰੂ ਜੋ ਕਰਤਾਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਕਰਤਾਰ, ਜਿਸ ਦੇ ਹੱਥਾਂ ਵਿੱਚ ਕਾਰ ਹੁੰਦੇ ਨੇ, ਹੱਥ ਤੇ ਤਾਰ ਹੁੰਦੀ ਹੈ ਸੰਗਤ ਜੀ ਰੋਜੀ ਰੋਟੀ। ਜਿਸ ਪਰਮੇਸ਼ਰ ਦੇ ਹੱਥਾਂ ਵਿੱਚ ਸਾਰੇ ਸੰਸਾਰ ਦੀ ਰੋਜੀ ਰੋਟੀ ਹੈ, ਸਾਰੀਆਂ ਦਾਤਾਂ ਜਿਸ ਪਰਮੇਸ਼ਰ ਦੇ ਹੱਥ ਵਿੱਚ ਹੈ, ਉਸ ਵਾਹਿਗੁਰੂ ਨੂੰ ਸਿਮਰਨਾ ਕੀਤਾ ਹੈ। ਸ੍ਰੀ ਅਰਜਨ ਕੋ ਸੇਵਤ ਰਹੇ। ਪੂਰੇ ਗੁਰੂ ਸਮਰੱਥ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਰਹਿ ਕਰਕੇ ਗੁਰਸਿੱਖ ਭਾਈ ਫਿਰਨਾ, ਭਾਈ ਬਹਿਲ ਤੇ ਭਾਈ ਜੇਠੇ ਨੇ ਹੱਥੀਂ ਸੇਵਾ ਕੀਤੀ। ਹੁਣ ਗੁਰੂ ਕੇ ਬਰਤਨ ਮਾਂਜਦੇ ਨੇ, ਝਾੜੂ ਫੇਰਦੇ ਨੇ, ਆਦਿਕ ਪੋਚੇ ਲਾਉਂਦੇ ਨੇ, ਸਤ ਸੰਗਤ ਕਰਦੇ ਨੇ ਔਰ ਮੁਖ ਤੋਂ ਵਾਹਿਗੁਰੂ ਜਪਦੇ ਹਨ। ਅੰਤ ਸਮੇਂ ਨੀਕੇ ਸੁਖ ਲਾਹੇ। ਜਦੋਂ ਅੰਤਲਾ ਸਮਾਂ ਇਹਨਾਂ ਗੁਰਸਿੱਖਾਂ ਦਾ ਆਇਆ ਸੰਗਤ ਜੀ, ਫਿਰ ਬਹੁਤ ਸੁਖ, ਜਿੰਨੇ ਲੋਕ ਵਿੱਚ ਸੁਖ ਸਨ ਉਦੋਂ ਦੁੱਗਣੇ ਪਰਲੋਕ ਵਿੱਚ ਸੁਖ ਪਾਏ ਨੇ। ਤਿਨ ਕੋ ਮਿਲੇ ਸੋ ਗੁਰਮਤਿ ਪਾਈ। ਜਿਹੜੇ ਵੀ ਗੁਰਸਿੱਖ ਸੰਗਤ ਜੀ ਇਹਨਾਂ ਤਿੰਨਾਂ ਨੂੰ ਮਿਲ ਜਾਂਦੇ ਨੇ, ਜਦੋਂ ਇਹ ਸ਼ਹਿਰਾਂ ਬਾਜ਼ਾਰਾਂ ਦੇ ਵਿੱਚ ਕਿਤੇ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੇ ਨੇ ਨਾ ਕੰਮ ਧੰਦੇ, ਕੋਈ ਘੜੀ ਦੋ ਘੜੀ ਭਾਈ ਫਿਰਨੇ, ਭਾਈ ਬਹਿਲ ਤੇ ਭਾਈ ਜੇਠੇ ਕੋਲ ਬਹਿ ਜਾਂਦਾ ਹੈ, ਉਹ ਵੀ ਗੁਰੂ ਕੀ ਸਿੱਖੀ ਧਾਰਨ ਕਰ ਲੈਂਦਾ ਹੈ ਸੰਗਤ ਜੀ। ਤਿਨ ਕੋ ਮਿਲੈ ਸੋ ਗੁਰਮਤਿ ਪਾਈ। ਜੋ ਵੀ ਇਹਨਾਂ ਗੁਰਸਿੱਖਾਂ ਨੂੰ ਮਿਲਦਾ ਗਿਆ, ਉਹ ਗੁਰਸਿੱਖੀ ਦਾ ਗੁਰਮਤਿ ਦਾ ਧਾਰਨੀ ਹੋਇਆ ਹੈ। ਜਿਹ ਕਹਿ ਸਿੱਖੀ ਜਗ ਵਿਦਤਾਈ। ਫਿਰ ਜਿੱਥੇ ਕਿਤੇ ਵੀ ਇਹ ਗਾਏ, ਐਸੀ ਗੁਰੂ ਨਾਨਕ ਦੀ, ਗੁਰੂ ਅਰਜਨ ਮਹਾਰਾਜ ਜੀਆਂ ਦੀ ਇਹਨਾਂ ਨੇ ਮਹਿਮਾ ਕੀਤੀ, ਵਡਿਆਈ ਕੀਤੀ। ਇਹਨਾਂ ਦਾ ਸ਼ਾਂਤ ਚਿਤ ਵੇਖ ਕਰਕੇ, ਸੋਹਣਾ ਮਿੱਠਾ ਸੁਭਾਅ ਵੇਖ ਕਰਕੇ ਇਹਨਾਂ ਨੂੰ ਹਰ ਕੋਈ ਪੁੱਛਦਾ ਕਿੱਥੋਂ ਆਏ ਹੋ, ਕੌਣ ਤੁਹਾਡਾ ਗੁਰੂ ਹੈ? ਇੰਨੀ ਸ਼ਾਂਤੀ ਔਰ ਮੁਖ ਦੇ ਉੱਪਰ ਖੇੜਾ ਕਿਉਂ ਹੈ? ਤੇ ਇੱਕੋ ਹੀ ਗੱਲ ਕਹਿੰਦੇ ਕਿ ਗੁਰੂ ਨਾਨਕ ਦੇ ਦਰ ਦੇ ਨਾਲ ਜੁੜੇ ਹਾਂ, ਬਹੁਤ ਦਾਤਾ ਮਹਾਰਾਜ ਬਖਸ਼ਿਸ਼ ਕਰਦੇ ਨੇ। ਤੇ ਇਸ ਲਈ ਸਾਡੇ ਜੀਵਨ ਵਿੱਚ ਜੋ ਰੋਗ ਸੋਗ ਹਨ, ਦੁੱਖ ਤਕਲੀਫਾਂ ਨੇ, ਉਹਨਾਂ ਦੀ ਕੋਈ ਅਹਿਮੀਅਤ ਨਹੀਂ ਹੈ, ਕਿਉਂਕਿ ਸਾਡੇ ਕੋਲ ਇੱਕ ਦਵਾਈ ਹੈ, ਮੇਰਾ ਵੈਦ ਗੁਰੂ ਗੋਬਿੰਦ। ਜਦੋਂ ਵੀ ਕੋਈ ਸੰਕਟ ਆਉਂਦਾ, ਦੁੱਖ ਆਉਂਦਾ ਹੈ, ਤੇ ਅਸੀਂ ਵਾਹਿਗੁਰੂ ਜਪ ਕਰਕੇ ਉਸ ਦੁੱਖ ਨੂੰ ਮੇਟ ਲੈਂਦੇ ਹਾਂ, ਉਸ ਦੁੱਖ ਨੂੰ ਦੂਰ ਭਜਾ ਦਿੰਦੇ ਹਾਂ। ਜਹ ਕੈ ਸਿੱਖੀ ਜਗ ਵਿਦਤਾਈ। ਫਿਰ ਸੰਗਤ ਜੀ ਇਹ ਤਿੰਨੇ ਗੁਰਸਿੱਖ ਜਿੱਥੇ ਕਿਤੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਗਏ, ਉੱਥੇ ਲੋਕਾਂ ਨੂੰ ਮਿਲ ਕਰਕੇ ਐਸਾ ਉਪਦੇਸ਼, ਐਸੀ ਵਡਿਆਈ ਗੁਰੂ ਨਾਨਕ ਦੇ ਘਰ ਦੀ ਕੀਤੀ ਕਿ ਉਹ ਵੀ ਇੱਕ ਵਾਰ ਸੋਚਦੇ ਕਿ ਐਸੇ ਗੁਰੂ ਨਾਨਕ ਦੇ ਦਰ ਤੇ ਜਾਣਾ ਜ਼ਰੂਰ ਹੈ। ਹੁਣ ਵੀ ਸੰਗਤ ਜੀ ਦੇਸ਼ਾਂ ਵਿਦੇਸ਼ਾਂ ਜਾਂ ਵੱਖੋ ਵੱਖਰਿਆਂ ਇਲਾਕਿਆਂ ਵਿੱਚ ਜਿੱਥੇ ਵੀ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੀ ਮਹਿਮਾ ਹੁੰਦੀ ਹੈ, ਤੇ ਜਿਨ੍ਹਾਂ ਲੋਕਾਂ ਨੂੰ ਇਹ ਵੀ ਨਹੀਂ ਪਤਾ ਇੱਥੇ ਇਸ਼ਨਾਨ ਕਿਵੇਂ ਕਰਨਾ ਹੈ, ਮੱਥਾ ਕਿਵੇਂ ਟੇਕਣਾ ਹੈ, ਜਾਂ ਪੰਜਾਬੀ ਗੁਰਮੁਖੀ ਭਾਸ਼ਾ ਬੋਲਣੀ ਵੀ ਨਹੀਂ ਆਉਂਦੀ, ਕੇਵਲ ਸੰਗਤ ਜੀ ਹਰਿਮੰਦਰ ਸਾਹਿਬ ਜੀਆਂ ਦੀ ਮਹਿਮਾ ਸੁੰਦਰਤਾ ਸੁਣ ਵੇਖ ਕਰਕੇ ਦਰਸ਼ਨਾਂ ਲਈ ਚਲੇ ਆ ਜਾਂਦੇ ਨੇ। ਕਿੰਨੇ ਲੋਕ ਆਉਂਦੇ ਨੇ ਵਿਦੇਸ਼ਾਂ ਵਿੱਚੋਂ, ਗੋਰੇ ਆਦਿਕ, ਮਰਾਠੀ ਆਦਿਕ ਸੰਗਤ ਜੀ ਦੂਰ ਦੂਰ ਇਲਾਕਿਆਂ ਵਿੱਚੋਂ ਜਿਹੜੇ ਗੁਰਸਿੱਖ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਨੇ। ਕਾਹਦੇ ਲਈ? ਕਿਉਂਕਿ ਉਹਨਾਂ ਨੇ ਗੁਰਸਿੱਖਾਂ ਦਾ ਜੀਵਨ ਵੇਖਿਆ ਹੁੰਦਾ ਹੈ, ਗੁਰਸਿੱਖੀ ਦਾ ਇਤਿਹਾਸ ਪੜ੍ਹਿਆ ਸੁਣਿਆ ਹੁੰਦਾ ਹੈ।
ਫਿਰ ਮਨ ਵਿੱਚ ਇੱਛਾ ਪੈਦਾ ਹੁੰਦੀ ਹੈ ਕਿ ਐਸੇ ਅਸਥਾਨ ਦੇ ਦਰਸ਼ਨ ਕੀਤੇ ਜਾਵਣ। ਔਰ ਇਸੇ ਪ੍ਰਕਾਰ ਸੰਗਤ ਜੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਭਾਈ ਫਿਰਨਾ, ਭਾਈ ਬਹਿਲ ਤੇ ਭਾਈ ਜੇਠੇ ਉੱਪਰ ਬਖਸ਼ਿਸ਼ ਕੀਤੀ ਹੈ, ਫਿਰ ਇਹ ਜਿੱਧਰ ਨੂੰ ਵੀ ਜਾਂਦੇ ਨੇ ਉਧਰ ਨੂੰ ਗੁਰਸਿੱਖੀ ਦੀ ਫੁਲਵਾੜੀ ਦੇ ਬੀਜ ਬੀਜਦੇ ਜਾਂਦੇ ਨੇ। ਜਹ ਕਹਿ ਸਿੱਖੀ ਜਗ ਵਿਦਤਾਈ, ਪਰ ਗੁਰੂ ਨਾਨਕ ਦੀ ਸਿੱਖੀ ਸਾਰੇ ਸੰਸਾਰ ਵਿੱਚ ਸੰਗਤ ਜੀ ਫੈਲੀ। ਸਾਰੇ ਸੰਸਾਰ ਦੇ ਲੋਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਜੁੜ ਕਰਕੇ ਜਿਨ੍ਹਾਂ ਨੂੰ ਵੀ ਗੁਰਮਤਿ ਦੀ ਪ੍ਰਾਪਤੀ ਹੋਈ, ਗੁਰਸਿੱਖੀ ਦੀ ਪ੍ਰਾਪਤੀ ਹੋਈ, ਉਹਨਾਂ ਨੇ ਆਪਣਾ ਵਾਹਿਗੁਰੂ 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 ਜਪ ਕਰਕੇ ਲੋਕ ਪ੍ਰਲੋਕ ਸਵਾਰ ਲਿਆ ਹੈ। ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ। ਇੱਥੇ ਹੀ ਵਿਸ਼ਰਾਮ ਲੈਂਦੇ ਹਾਂ। ਇਸ ਇਤਿਹਾਸ ਤੋਂ ਉਪਦੇਸ਼ ਸੋਝੀ ਇਹ ਮਿਲਦੀ ਹੈ ਕਿ ਭਾਈ ਗੁਰਸਿੱਖਾ ਜਾਂਤਰਾ ਮਾਤਰਾ ਤਾਤਰਾ ਉਪਾਵਾਂ ਨੂੰ ਛੱਡ ਕਰਕੇ ਜਦੋਂ ਵੀ ਭੀੜ ਬਣੇ ਤੇ ਵਾਹਿਗੁਰੂ ਵਾਹਿਗੁਰੂ ਜਪਿਆ ਕਰ। ਜਿਵੇਂ ਭਗਤ ਧੰਨੇ ਨੇ ਆਪਣਾ ਲੋਕ ਪ੍ਰਲੋਕ ਸਵਾਰ ਲਿਆ ਹੈ ਵਾਹਿਗੁਰੂ ਵਾਹਿਗੁਰੂ ਜਪ ਕੇ, ਏਦਾਂ ਤੇਰੇ ਵੀ ਸਾਰੇ ਕਾਰਜ ਸਬਰ ਜਾਣਗੇ ਜੇਕਰ ਵਾਹਿਗੁਰੂ ਸ਼ਬਦ ਦਾ ਸਹਾਰਾ ਲਵੇਂਗਾ। ਏਦਾਂ ਉੱਠਦਿਆਂ ਬਹਿੰਦਿਆਂ ਜਾਗਦਿਆਂ ਸੌਂਦਿਆਂ ਜਿੱਥੇ ਕਿਤੇ ਵੀ ਜਾਂਦਿਆਂ ਸਮਾਂ ਬਣੇ ਤੇ ਵਾਹਿਗੁਰੂ ਵਾਹਿਗੁਰੂ ਜ਼ਰੂਰ ਜਪਦਾ ਰਹਿ। ਮੁਖ ਤੋਂ ਉੱਚੀ ਬੋਲ ਕੇ ਜਪਣ ਵਿੱਚ ਸੰਗ ਆਉਂਦੀ ਹੈ ਤੇ ਫਿਰ ਭਾਈ ਮੁਖ ਨੂੰ ਬੰਦ ਕਰਕੇ ਗੁਪਤ ਜਪਦਾ ਰਹਿ। ਗੁਪਤ ਜਪਦਾ ਆਉਂਦਾ ਜਾਂਦਾ ਜਪਦਾ ਰਹਿ ਨਾਮ ਨੂੰ ਜਪ ਕਰਕੇ ਹੀ ਸੰਗਤ ਜੀ ਲੋਕ ਪ੍ਰਲੋਕ ਸਵਰਨਾ ਹੈ। ਹੋਰ ਕੋਈ ਸੰਸਾਰ ਦੇ ਉੱਪਰ ਐਸੀ ਚੀਜ਼ ਨਹੀਂ ਜੋ ਸਾਡਾ ਲੋਕ ਪ੍ਰਲੋਕ ਸਵਾਰ ਦੇਵੇ। ਗੁਰੂ ਨਾਨਕ ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਸਾਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀਆਂ ਨਾਲ ਜੋੜਿਆ ਹੈ। ਨਾਮ ਸ਼ਬਦ ਇਹੀ ਉਪਦੇਸ਼ ਦਿੰਦਾ ਹੈ ਕਿ ਭਾਈ ਵਾਹਿਗੁਰੂ ਜਪੋ, ਹੱਥੀਂ ਸੇਵਾ ਕਰੋ, ਗੁਰੂ ਕੇ ਦਰਸ਼ਨ ਕਰੋ, ਸਤ ਸੰਗਤ ਕਰੋ, ਲੋਕ ਪ੍ਰਲੋਕ ਸਵਰੇਗਾ। ਲੋਕ ਵਿੱਚ ਵੀ ਸਾਰੀਆਂ ਦਾਤਾਂ ਦੀ ਪ੍ਰਾਪਤੀ ਹੋਵੇਗੀ, ਪ੍ਰਲੋਕ ਵਿੱਚ ਵੀ ਜਮਾ ਦੀ ਮਾਰ ਤੋਂ 84 ਲੱਖ ਜੂਨਾਂ ਦੇ ਬੰਧਨਾਂ ਤੋਂ ਬਚੋਗੇ। ਇਸ ਲਈ ਭਾਈ ਵਾਹਿਗੁਰੂ ਸ਼ਬਦ ਦਾ ਸਹਾਰਾ ਲੈ ਕਰਕੇ ਆਪ ਵੀ ਜੁੜੋ, ਆਪਣਿਆਂ ਬੱਚਿਆਂ ਨੂੰ ਵੀ ਵਾਹਿਗੁਰੂ ਵਾਹਿਗੁਰੂ ਦੇ ਨਾਲ ਜੋੜ ਕਰਕੇ ਉਹਨਾਂ ਦਾ ਵੀ ਜੀਵਨ ਸਫਲਾ ਕਰੋ। ਆਓ ਇੱਥੇ ਹੀ ਸਮਾਪਤੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਕਾ ਇਤਿਹਾਸ ਗੁਰੂ ਕਾ ਸ਼ਬਦ ਜਾਣ ਕਰਕੇ ਹਿਰਦਿਆਂ ਵਿੱਚ ਵਸਾਉਣਾ ਤਾਂ ਜੋ ਸਾਡਾ ਵੀ ਲੋਕ ਪ੍ਰਲੋਕ ਸਵਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ, ਸਮਾਪਤੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ ਬਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਨ ਆਇਆ, ਸ਼ਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੀ। ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਦਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵਈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵਈ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੀਰੀ। ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁਖਾ ਸਭ ਗਵਾਈਆ। ਕਰ ਸਾਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਬੁਝਾਈਆ। ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆ। ਕਹ ਨਾਨਕ ਸੁਨੋ ਸੰਤ ਹੋ, ਸ਼ਬਦ ਤਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ, ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੀ। ਕਹ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੀ। ਅਨੰਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ।
ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਜੈ ਧਰਮ ਹਦੂਰ ਕਰ ਪੀਨਾ ਕੋ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।